ਬੇਨਤੀ ਆਪਣੀ ਭਗਤੀ ਲਾਏ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਹਰਿ ਬਿੰਦ। ਜਿਉ ਬੁਲਾਵੈ ਤੋ ਬੋਲੇ ਸੁਆਮੀ ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਸਰਬੱਤ ਸਿੱਖ ਸੰਗਤਾਂ ਭਾਈ ਭਾਈ ਵੱਡ ਭਾਗੇ ਹੋ, ਧੰਤਾ ਦੀ ਜੋਗ ਹੋ, ਜੋ ਕਿ ਇਸ ਵਕਤ ਜੁਗੋ ਜੁਗੇ ਅਟਲ ਗੱਦੀ ਤੇ ਸੁਭਾਈਮਾਨ ਚਵਰ ਤਖਤ ਦੇ ਮਾਲਿਕ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦਾ ਆਨੰਦ ਮਾਣਦੇ ਹੋਏ ਆਪਣੇ ਜੀਵਨ ਦੀਆਂ ਕੁਛ ਘੜੀਆਂ ਸਫਲੀਆਂ ਬਣਾ ਰਹੇ ਹੋ। ਵੱਡਿਆਂ ਭਾਗਾਂ ਵਾਲਿਓ, ਆਓ ਗੁਰੂ ਚਰਨਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੇ ਪਵਿੱਤਰ ਇਤਿਹਾਸ ਸਰਵਣ ਕਰਕੇ ਧੰਤਾ ਦੇ ਯੋਗ ਬਣੀਏ। ਕੱਲ੍ਹ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੇ ਸਰਵਣ ਕੀਤਾ ਸੀ ਕਿ ਦਾਰਾ ਸ਼ਿਕੋ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ ਦਰਸ਼ਨ ਦਿਦਾਰੇ ਕਰਨ ਵਾਸਤੇ। ਤੇ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਇਹਦੇ ਉੱਤੇ ਕਿਰਪਾ ਦ੍ਰਿਸ਼ਟੀ ਛੱਡ ਕੇ ਇਹਦੇ ਹਿਰਦੇ ਦੀ ਭਾਵਨਾ ਨੂੰ ਜਾਣਦੇ ਹੋਏ ਇਹਨੂੰ ਉਪਦੇਸ਼ ਦੇ ਕੇ ਤੇ ਸਤਿਗੁਰਾਂ ਨੇ ਨਦਰੋ ਨਦਰੀ ਨਦਰ ਨਿਹਾਲ ਕਰਨਾ ਕੀਤਾ ਕਿ ਦਾਰਾ ਸ਼ਿਕੋ ਸਤਿਗੁਰਾਂ ਪਾਸੋਂ ਬਖਸ਼ਾਂ ਲੈ ਕੇ ਬੜਾ ਪ੍ਰਸੰਨ ਹੋਇਆ। ਜਿੱਥੇ ਕਿ ਇਹਦੇ ਮਨ ਦੇ ਵਿੱਚ ਬੜਾ ਭੈ ਸੀ ਗੁਰੂ ਪਿਆਰ ਵਾਲਿਓ ਕਿ ਇਹਦਾ ਛੋਟਾ ਭਰਾ ਨੁਰੰਗਾ ਬੜੀ ਵੱਡੀ ਫੌਜ ਲੈ ਕਰਕੇ ਇਹਦਾ ਪਿੱਛਾ ਕਰਦਾ ਆ ਰਿਹਾ ਸੀ। ਪਰ ਸਤਿਗੁਰੂ ਜੀ ਮਹਾਰਾਜ ਜਾਂ ਤੂੰ ਮੇਰੇ ਵੱਲ ਹੈ ਤੇ ਕਿਆ ਮਸ਼ੰਦਾ। ਸਤਿਗੁਰੂ ਜੀ ਮਹਾਰਾਜ ਇਹਦੇ ਵੱਲ ਨੇ। ਫਿਰ ਉੱਥੇ ਨਰੰਗੇ ਵਰਗਿਆਂ ਦਾ ਕੁਛ ਵੀ ਸਰੇਗਾ ਨਹੀਂ। ਕਹਿਣ ਦਾ ਭਾਵ ਕਿ ਨਰੰਗਾ ਕੁਛ ਵੀ ਵਿਗਾੜ ਨਹੀਂ ਸਕੇਗਾ, ਕਿਉਂਕਿ ਸਤਵੇਂ ਪਾਤਸ਼ਾਹ ਦਾ ਮਿਹਰਾਂ ਦਾ ਹੱਥ ਹੈ। ਸਤਿਗੁਰੂ ਜੀ ਮਹਾਰਾਜ ਦਾਰਾ ਸ਼ਿਕੋ ਨੂੰ ਗੱਲ ਨਾ ਲਗਾ ਕਰਕੇ ਤੇ ਬਖਸ਼ਾਂ ਦੇ ਰਹੇ ਹੈ। ਆਓ ਹੁਣ ਆਪਾਂ ਇਸ ਤੋਂ ਅੱਗੇ ਇਤਿਹਾਸ ਨੂੰ ਸਰਵਣ ਕਰੀਏ ਕਿ ਸਤਿਗੁਰਾਂ ਨੇ ਕਿਵੇਂ ਰਹਿਮਤਾਂ ਵਰਤਾਈਆਂ ਦਾਰਾ ਸ਼ਿਕੋ ਤੇ ਨਾਲ ਹੀ ਦਾਰਾ ਸ਼ਿਕੋ ਨੂੰ ਕਿਸ ਪਾਸੇ ਵੱਲ ਜਾਣ ਵਾਸਤੇ ਕਿਹਾ। ਇਸ ਤੋਂ ਅੱਗੇ ਆਪਾਂ ਸਰਵਣ ਕਰੀਏ। ਵਾਹਿਗੁਰੂ ਜੀ। ਦੋਹਰਾ ਸ੍ਰੀ ਸਤਿਗੁਰ ਹਰਿ ਰਾਏ ਜੀ ਭੁਗਤ ਮੁਕਤ ਕੇ ਦਾਨ। ਰਿਦਾ ਸ਼ੁੱਧ ਦੇਖਨ ਕਰੋ ਦਾਰਾ ਸ਼ਿਕੋ ਸੁਜਾਨ। ਕਿ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੋ ਕਿ ਭਗਤੀ ਤੇ ਮੁਕਤੀ ਦੇ ਦਾਤੇ ਨੇ, ਦਾਤਾ ਦੇਣ ਵਾਲੇ ਹੈ। ਜਿਨ੍ਹਾਂ ਨੇ ਵੀ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਚਰਨ ਪਰਸੇ ਹੈ, ਉਹਨਾਂ ਨੂੰ ਭਗਤੀ ਦੀ ਦਾਤ, ਮੁਕਤੀ ਦੀ ਦਾਤ ਸਹਿਜੇ ਹੀ ਪ੍ਰਾਪਤ ਹੋਣਾ ਕੀਤੀ ਹੈ। ਹੁਣ ਸਤਿਗੁਰਾਂ ਨੇ ਦਾਰਾ ਸ਼ਿਕੋ ਦੇ
ਹਿਰਦੇ ਨੂੰ ਸ਼ੁੱਧ ਦੇਖਣਾ ਕੀਤਾ। ਦੇਦਾ ਸ਼ੁੱਧ ਦੇਖਣ ਕਰੋ ਦਾਰਾ ਸ਼ਕੋ ਸੁਜਾਨ। ਕਿ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਦੇਖਿਆ ਕਿ ਦਾਰਾ ਸ਼ਕੋ ਦਾ ਹਿਰਦਾ ਬੜਾ ਸ਼ੁੱਧ ਹੈ। ਜਾਕਾ ਹਿਰਦਾ ਸ਼ੁੱਧ ਹੈ ਖੋਜ ਸ਼ਬਦ ਮੈਂ ਦੇਹੇ। ਇਹ ਜਾਣਦੇ ਹੋਏ ਸਤਿਗੁਰੂ ਜੀ ਮਹਾਰਾਜ ਨਾ ਦਾਰਾ ਸ਼ਕੋ ਦੇ ਉੱਤੇ ਬੜੇ ਪ੍ਰਸੰਨ ਨੇ ਸਤਵੇਂ ਪਾਤਸ਼ਾਹ, ਕਿਉਂਕਿ ਨੀਵਾਂ ਹੋ ਕੇ ਆਇਆ ਤੇ ਹਿਰਦਾ ਸ਼ੁੱਧ ਲੈ ਕਰਕੇ ਆਇਆ। ਤੇ ਸਤਿਗੁਰੂ ਜੀ ਮਹਾਰਾਜ ਇਹਦੇ ਹਿਰਦੇ ਦੇ ਵਿੱਚ ਨਾਮ ਦੀ ਦਾਤ ਟਿਕਾਉਣਾ ਚਾਹੁੰਦੇ ਹੈ। ਨਾਮ ਦੀ ਦਾਤ ਟਿਕਾਉਣਾ ਚਾਹੁੰਦੇ ਹੈ। ਬੰਧ ਪਾਇਆ ਮੇਰੇ ਸਤਿਗੁਰ ਪੂਰਾ ਹੋਈ ਸਰਬ ਕਲਿਆਣ। ਕਿ ਨਾਮ ਵਾਲਾ ਬੰਧ ਬਣਾ ਕੇ ਇਹਦੇ ਮਨ ਨੂੰ ਟਿਕਾਓ ਵਿੱਚ ਲਿਆਉਣਾ ਚਾਹੁੰਦੇ ਹੈ। ਕਿਉਂਕਿ ਗੁਰੂ ਪਿਆਰ ਵਾਲਿਓ, ਲੋਹਾਰ ਜਿਹੜਾ ਨਾ ਇਹ ਲੋਹੇ ਨੂੰ ਭੱਠੀ ਵਿੱਚ ਰੱਖਦਾ ਹੈ। ਭੱਠੀ ਵਿੱਚ ਰੱਖਦਾ ਹੈ ਤੇ ਜਦੋਂ ਲੋਹਾ ਲਾਲ ਸੁਰਖ ਹੋ ਜਾਏ ਨਾ ਤੇ ਫਿਰ ਇਹ ਵਦਾਨ ਦੇ ਸੱਟ ਮਾਰ ਕੇ ਜੋ ਕੁਛ ਵੀ ਇਹਦੇ ਵਿੱਚੋਂ ਤਿਆਰ ਕਰਨਾ ਉਹ ਕਰ ਲਿਆ ਜਾਂਦਾ। ਜੋ ਕੁਛ ਵੀ ਤਿਆਰ ਕਰਨਾ ਨਾ, ਜੋ ਚੀਜ਼ ਜੋ ਸ਼ਸਤਰ ਬਣਾਉਣਾ ਹੈ ਉਹ ਸੱਟ ਮਾਰ ਕੇ ਵਦਾਨ ਦੀ ਤੇ ਬਣਾ ਲਿਆ ਜਾਂਦਾ। ਹੁਣ ਇੱਦਾਂ ਕਹਿ ਲਓ ਕਿ ਦਾਰਾ ਸ਼ਕੋ ਸ਼ੁੱਧ ਬਿਰਤੀ ਵਿੱਚ ਆਇਆ। ਹਿਰਦਾ ਦਾ ਬੜਾ ਸ਼ੁੱਧ ਹੈ। ਪੀਰ ਮੀਆਂ ਮੀਰ ਜੀ ਪਾਸੋਂ ਇਹਨੇ ਸਿੱਖਿਆ ਲੈ ਕਰਕੇ, ਉਪਦੇਸ਼ ਲੈ ਕਰਕੇ ਤੇ ਆਪਣੇ ਹਿਰਦੇ ਨੂੰ ਸ਼ੁੱਧਤਾ ਵਿੱਚ ਕਰ ਲਿਆ। ਖੁਦਾ ਅੱਲਾਹ ਤਾਲਾ ਦੇ ਨਾਲ ਜੁੜਨਾ ਕੀਤਾ ਹੋਇਆ। ਤੇ ਸਤਿਗੁਰਾਂ ਨੇ ਜਦੋਂ ਇਹਦਾ ਹਿਰਦਾ ਸ਼ੁੱਧ ਦੇਖਿਆ ਤੇ ਸਤਿਗੁਰੂ ਜੀ ਮਹਾਰਾਜ ਇਹਦੇ ਉੱਤੇ ਬਹੁਤ ਹੀ ਪ੍ਰਸੰਨ ਹੋਏ ਹਨ। ਤੁਰ ਕੇਸ਼ਰ ਕੇ ਬੰਸ ਮਜਾਦੇ, ਸੁਮਤ ਉਪਜੋ ਗੁਣ ਵਿਚਾਰੇ। ਮਰੂ ਦੇਸ਼ ਜਿਮ ਸੁਰਤਰ ਹੋਵਾ, ਜਿਮ ਕਾਂਕਣ ਕੇ ਕੋਇ ਲਜੋਵਾ। ਤੇ ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ ਦਾਰਾ ਸ਼ਕੋ ਹੈਗੇ ਤੇ ਤੁਸੀਂ ਤੁਰਕਾਂ ਦੀ ਅੰਸ਼ ਵੰਸ਼ ਵਿੱਚੋਂ, ਤੁਰਕਾਂ ਦੇ ਵੰਸ਼ ਵਿੱਚੋਂ, ਕਿ ਤੁਸਾਂ ਨੇ ਤੁਰਕਾਂ ਵਿੱਚ ਰਹਿੰਦਿਆਂ ਹੋਇਆਂ ਸ਼ੁਭ ਮਤ ਜਿਹੜੀ ਉਹ ਪ੍ਰਗਟ ਕਰ ਲਈ ਹੈ। ਕਿਉਂਕਿ ਤੁਰਕ ਜਿਹੜੇ ਹੈ ਇਹ ਬੜੀ ਮਾੜੀ ਮੱਤ ਵਾਲੇ ਹੈ। ਸਤਿਗੁਰਾਂ ਦੇ ਕਹਿਣ ਦਾ ਭਾਵ ਸੀ ਕਿ ਇਹ ਇਸ ਪਾਸੇ ਵੱਲ ਕਦਾਚਿਤ ਵੀ ਲੱਗਦੇ ਨਹੀਂ, ਪਰ ਇੱਕੋ ਇੱਕ ਦਾਰਾ ਸ਼ਕੋ ਜੀ ਤੁਸੀਂ ਹੋ ਜਿਹੜੇ ਕਿ ਤੁਰਕਾਂ ਦੀ ਵੰਸ਼ ਵਿੱਚ ਹੁੰਦਿਆਂ ਹੋਇਆਂ ਸ਼ੁੱਧ ਮਤੀ ਜਿਹੜੀ ਤੁਸਾਂ ਨੇ ਪ੍ਰਾਪਤ ਕੀਤੀ ਹੋਈ ਹੈ। ਆਪਣੇ ਮਨ ਨੂੰ ਰੱਬ ਦੇ ਘਰ ਵਾਲੇ ਪਾਸੇ ਮੋੜ ਕੇ ਲਗਾਉਣਾ ਕੀਤਾ। ਕੇਵਲ ਤੇ ਕੇਵਲ ਦਾਰਾ ਸ਼ਕੋ ਜੀ ਇਹ ਤੁਹਾਡੇ ਹਿੱਸੇ ਵਿੱਚ ਆਇਆ। ਤੁਸੀਂ ਵੱਡੇ ਭਾਗਾਂ ਵਾਲੇ ਹੋ ਕਿ ਤੁਰਕਾਂ ਦੇ ਵਿੱਚ ਬੜੇ ਔਗਣ ਨੇ, ਪਰ ਤੁਹਾਡੇ ਉੱਤੇ ਅੱਲਾਹ ਤਾਲਾ ਦੀ ਰਹਿਮਤ ਹੈ। ਜਿਵੇਂ ਕਿ ਸਤਿਗੁਰਾਂ ਨੇ ਨਾ ਉਦਾਹਰਨ ਦੇ ਕੇ ਇਹਦੀ ਸ਼ੋਭਾ ਕੀਤੀ ਹੈ ਦਾਰਾ ਸ਼ਕੋ ਦੀ। ਸਤਿਗੁਰੂ ਜੀ ਕਹਿੰਦੇ ਜਿਵੇਂ ਕਿ ਰੇਤਲੇ ਇਲਾਕੇ ਵਿੱਚ ਕਲਪ ਬਿਰਛ ਪੈਦਾ ਹੋ ਜਾਏ ਜਾਂ ਬਗਲਿਆਂ ਦੇ ਵਿੱਚ ਹੰਸ ਪੈਦਾ ਹੋ ਜਾਏ, ਬਗਲਿਆਂ ਦੇ ਵਿੱਚ ਹੰਸ ਪੈਦਾ ਹੋ ਜਾਏ, ਉਸ ਨਿਆਈ ਹੋ ਤੁਸੀਂ। ਕਹਿਣ ਦਾ ਭਾਵ ਕਿ ਤੁਰਕਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ, ਉੱਥੇ ਜਨਮ ਲੈ ਕਰਕੇ ਵੀ ਤੁਸਾਂ ਨੇ ਆਪਣੀ ਮਤ ਨੂੰ ਸ਼ੁੱਧ ਬਣਾਉਣਾ ਕੀਤਾ ਹੈ, ਹਿਰਦਾ ਸ਼ੁੱਧ ਕਰਨਾ ਕੀਤਾ ਹੈ। ਦਾਰਾ ਸ਼ਕੋ ਜੀ ਤੁਸੀਂ ਵੱਡੇ ਭਾਗਾਂ ਵਾਲੇ ਹੋ ਜਿਹੜੇ ਕਿ ਅੱਲਾਹ ਤਾਲਾ ਦੇ ਘਰ ਦੇ ਨਾਲ ਜੁੜੇ ਹੋਏ ਹੋ। ਬਕਨ ਬੰਸ ਕਲ ਹੰਸੋ ਪੰਨਾ, ਕੋ ਖੁਦਾਏ ਦਰਵੇਸ਼ ਪ੍ਰਸੰਨਾ। ਪਰਮਾਰਥ ਮੈਂ ਸੁਮਤ ਲਗਾਈ, ਜਨਮ ਮਰਨ ਕੀ ਖਵੈਜੋ ਦੁੱਤ ਚਾਈ। ਕਿ ਬਗਲਿਆਂ ਦੀ ਵੰਸ਼ ਵਿੱਚ ਹੰਸ ਪੈਦਾ ਹੋ ਗਿਆ, ਬਗਲਿਆਂ ਦੀ ਵੰਸ਼ ਵਿੱਚ ਰਾਜ ਹੰਸ ਪੈਦਾ ਹੋ ਗਿਆ। ਜਿਵੇਂ ਕਿ ਖੁਦਾ ਦੇ ਦਰਵੇਸ਼ ਨੇ ਪ੍ਰਸੰਨ ਹੋ ਕੇ ਪਰਮਾਰਥ ਵਿੱਚ ਸ੍ਰੇਸ਼ਟ ਬੁੱਧੀ ਲਾ ਦਿੱਤੀ ਹੋਵੇ, ਤੁਸਾਂ ਨੇ ਜਨਮ ਮਰਨ ਦੀ ਦੁਚਿੱਤੀ ਨੂੰ ਖਤਮ ਕਰ ਲਿਆ। ਜਨਮ ਮਰਨ ਦੇ ਗੇੜ ਤੋਂ ਤੁਸੀਂ ਬਚ ਗਏ ਹੋ। ਤੁਹਾਡੇ ਵੱਡੇ ਭਾਗ ਨੇ। ਇਤਨੀ ਕਮਾਈ ਕਰ ਲਈ, ਇਤਨੀ ਕਮਾਈ ਕਰ ਲਈ ਕਿ ਤੁਸੀਂ ਇਹਨਾਂ ਦੇ ਵਿੱਚ ਰਹਿੰਦੇ ਹੋਏ ਵੀ
ਰੱਬ ਦੇ ਘਰ ਦੇ ਨਾਲ ਜੁੜੇ ਹੋ ਕਿ ਅਸੀਂ ਸਮਝਦੇ ਹਾਂ ਦਾਰਾ ਸ਼ਕੋ ਜੀ ਤੁਸੀਂ ਵੱਡੇ ਭਾਗਾਂ ਵਾਲੇ ਹੋ। ਤੁਹਾਡੇ ਉੱਤੇ ਵਿਸ਼ੇਸ਼ ਅੱਲਾਹ ਤਾਲਾ ਦੀ ਕਿਰਪਾ ਹੈ, ਰਹਿਮਤ ਹੈ। ਵਿਖੇ ਬਾਸਨਾ ਦੁਰ ਮਸਨਾਸੀ ਕਰੀ ਨਕੰਦ ਸਰਾ ਕਰ ਫਾਸੀ। ਉੱਤਮ ਪੰਥ ਚਲਨ ਚਿਤ ਚਾਹੋ ਪੂਰਬ ਭਾਗਣ ਤੇ ਲਹੋ। ਕਿ ਤੁਸਾਂ ਨੇ ਵਿਸ਼ੇ ਵਿਕਾਰਾਂ ਵਾਲੇ ਪਾਸੇ ਤੋਂ ਮਤ ਨੂੰ ਦੂਰ ਕਰਨਾ ਕੀਤਾ। ਵਿਸ਼ੇ ਵਿਕਾਰਾਂ ਤੋਂ ਮਤ ਨੂੰ ਦੂਰ ਕੀਤਾ। ਇਹ ਵਿਸ਼ੇ ਵਿਕਾਰਾਂ ਤੋਂ ਤੁਸੀਂ ਬਚ ਗਏ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੁਹਾਡੇ ਲਾਗੇ ਨਹੀਂ ਆ ਸਕਦਾ। ਜਿਹੜੀ ਗਲ ਦੇ ਵਿੱਚ ਸ਼ਰ੍ਹਾ ਦੀ ਰੱਸੀ ਪਈ ਹੋਈ ਸੀ ਨਾ, ਫਾਂਸੀ ਪਈ ਹੋਈ ਸੀ, ਉਹ ਵੀ ਤੁਸਾਂ ਨੇ ਤੋੜਨਾ ਕੀਤੀ ਹੈ। ਸ਼ਰ੍ਹਾ ਵਿੱਚ ਵੱਜ ਕੇ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ, ਉਹ ਫਾਂਸੀ ਨੂੰ ਤੁਸਾਂ ਨੇ ਨਾਸ ਕਰ ਲਿਆ। ਉੱਤਮ ਮਾਰਗ ਤੇ ਚੱਲਣ ਵਾਸਤੇ ਤੁਹਾਡਾ ਚਿੱਤ ਚਾਹਿਆ ਹੈ ਕਿ ਤੁਸੀਂ ਸਮਾਰਗੀਏ ਬਣ ਗਏ। ਦਾਰਾ ਸ਼ਕੋ ਜੀ ਪਿਛਲੇ ਵੱਡੇ ਭਾਗਾਂ ਕਰਕੇ, ਪੂਰਬਲੇ ਕਰਮਾਂ ਕਰਕੇ ਇਹ ਵੱਡਾ ਸੁਖ ਤੁਹਾਨੂੰ ਨਾ ਪ੍ਰਾਪਤ ਹੋਣਾ ਕੀਤਾ। ਦਾਰਾ ਸ਼ਕੋ ਜੀ ਪੂਰਬਲੇ ਭਾਗ ਤੁਹਾਡੇ ਚੰਗੇ ਨੇ ਤੇ ਤੁਸਾਂ ਨੇ ਵੱਡੇ ਸੁਖ ਆਨੰਦ ਦੀ ਪ੍ਰਾਪਤੀ ਕੀਤੀ ਹੈ, ਵੱਡਾ ਆਨੰਦ ਲੈਣਾ ਕੀਤਾ। ਦਾਰਾ ਸ਼ਕੋ ਨੂੰ ਸਤਿਗੁਰੂ ਜੀ ਮਹਾਰਾਜ ਬੜੀ ਸ਼ਾਬਾਸ਼ ਦਿੰਦੇ ਐ। ਬੜੇ ਇਹਦੇ ਉੱਤੇ ਪ੍ਰਸੰਨ ਨੇ ਕਿ ਤੁਸਾਂ ਨੇ ਜੋ ਸੰਸਾਰਕ ਜੰਜਾਲ ਨੇ ਨਾ, ਸੰਸਾਰਕ ਜੰਜਾਲ, ਉਹਨਾਂ ਤੋਂ ਆਪਣੇ ਮਨ ਨੂੰ ਹਟਾ ਲਿਆ। ਪਲਚ ਸਗਲੀ ਮੂਈ ਝੂਠੇ ਧੰਦੇ ਮੋਹ। ਕਿ ਇਹਨਾਂ ਧੰਦਿਆਂ ਦੇ ਵਿੱਚ ਹੀ ਖੱਚ ਧੋ ਕੇ ਬੰਦਾ ਰਹਿ ਗਿਆ, ਫਸ ਕੇ ਇਹਨਾਂ ਵਿੱਚ ਹੀ ਰਹਿ ਗਿਆ। ਪਰ ਤੁਸਾਂ ਨੇ ਇਹਨਾਂ ਤੋਂ ਆਪਣੇ ਮਨ ਨੂੰ ਹਟਾ ਕਰਕੇ ਰੱਖਣਾ ਕੀਤਾ ਹੈ। ਜਿਤਨੇ ਵੀ ਸੰਸਾਰਕ ਵਿਸ਼ੇ ਵਕਾਰ ਨੇ ਤੁਸਾਂ ਨੇ ਉਸ ਪਾਸੇ ਵੱਲ ਮਨ ਨੂੰ ਲਗਾਉਣਾ ਨਹੀਂ ਕੀਤਾ। ਨਾ ਤੇ ਪਰਾਇਆ ਧਨ ਚੁਰਾਣਾ ਕੀਤਾ, ਨਾ ਪਰਾਏ ਵਿਸ਼ੇ ਭੋਗਣਾ ਕੀਤੇ ਹੈ। ਕਹਿਣ ਦਾ ਭਾਵ ਕਿ ਤੁਸਾਂ ਨੇ ਕਿਸੇ ਪਾਸੇ ਵੀ ਮੰਦ ਕਰਮ ਵਾਲੇ ਪਾਸੇ ਆਪਣੇ ਮਨ ਨੂੰ ਲਗਾਉਣਾ ਨਹੀਂ ਕੀਤਾ। ਕਿਉਂਕਿ ਗੁਰੂ ਪਿਆਰ ਵਾਲਿਓ ਇਹਨਾਂ ਦੁਸ਼ਮਣਾਂ ਤੋਂ ਵਿਰਲਿਆਂ ਨਹੀਂ ਬਚਣਾ ਕੀਤਾ। ਗੁਰੂ ਪਿਆਰ ਵਾਲਿਓ ਵੱਡੇ ਰਿਸ਼ੀ ਮੁਨੀ ਜਿਹੜੇ ਹੈ ਉਹ ਇਸ ਗੱਲ ਤੇ ਆ ਕੇ ਮਾਰ ਖਾ ਗਏ। ਕੋਈ ਕਾਮੀ ਬਣ ਗਿਆ, ਕੋਈ ਕ੍ਰੋਧੀ ਬਣ ਗਿਆ, ਕੋਈ ਲੋਭੀ ਬਣ ਗਿਆ ਤੇ ਕੋਈ ਮੋਹ ਵਿੱਚ ਹੀ ਫਸ ਕੇ ਰਹਿ ਗਿਆ। ਗੁਰੂ ਪਿਆਰ ਵਾਲਿਓ ਮੋਹ ਵਿੱਚ ਹੀ ਫਸ ਕੇ ਰਹਿ ਗਿਆ। ਮੋਹ ਹੀ ਪਾਲਦਾ ਇਸ ਸੰਸਾਰ ਤੋਂ ਹੱਥ ਝਾੜ ਕੇ ਚਲਿਆ ਗਿਆ। ਹੁਣ ਗੁਰੂ ਪਿਆਰ ਵਾਲਿਓ ਸਤਿਗੁਰੂ ਜੀ ਮਹਾਰਾਜ ਦਾਰਾ ਸ਼ਕੋ ਉੱਤੇ ਬੜੇ ਪ੍ਰਸੰਨ ਨੇ। ਕਹਿੰਦੇ ਤੁਸਾਂ ਨੇ ਵਿਸ਼ੇ ਵਿਕਾਰਾਂ ਦੇ ਜੰਜਾਲਾਂ ਤੋਂ ਬਚਣਾ ਕੀਤਾ। ਜਿਤਨੇ ਵੀ ਪਦਾਰਥ ਨੇ ਸੰਸਾਰ ਵਾਲੇ ਸਾਰਿਆਂ ਨੂੰ ਨਾਸ ਹੋ ਜਾਣ ਵਾਲੇ ਸਮਝ ਕੇ ਤੇ ਇੱਕ ਛਿਨ ਭਰ ਵੀ ਤੁਸਾਂ ਨੇ ਉਧਰ ਆਪਣੇ ਮਨ ਨੂੰ ਨਹੀਂ ਲਗਾਉਣਾ ਕੀਤਾ। ਛਿਨ ਭਰ ਵੀ ਤੁਸੀਂ ਸਮਝ ਗਏ ਕਿ ਇਹਨਾਂ ਨੇ ਇੱਕ ਨਾ ਇੱਕ ਦਿਨ ਨਾਸ ਹੋ ਜਾਣਾ ਹੈ, ਨਿਭਣਾ ਨਾਲ ਤੇ ਰੱਬ ਦੀ ਖੁਦਾ ਦੀ ਬੰਦਗੀ ਨੇ ਨਿਭਣਾ, ਜਿਹਨੇ ਕਿ ਸਾਨੂੰ ਬਚਾਉਣਾ ਹੈ। ਫਾਸ ਪਾਸੀਨ ਮੈਂ ਕਸ਼ਟ ਲਹੰਤੇ ਸਤਨਾਮ ਕੋ ਨਹਿ ਸਮਰੰਤੇ। ਸਾਧ ਜਾਂਤੇ ਮਤ ਤੇਰੀ ਛੁਟਨ ਪਰੋ ਵਿਸ਼ਯਨ ਕੀ ਬੇਰੀ। ਸਤਿਗੁਰੂ ਜੀ ਕਹਿੰਦੇ ਬਹੁਤੇ ਵਿਸ਼ੇ ਵਿਕਾਰੀ ਇਹਨਾਂ ਵਿਸ਼ਿਆਂ ਵਿੱਚ ਹੀ ਫਸ ਕੇ ਤੇ ਬੜੇ ਵੱਡੇ ਕਸ਼ਟ ਪਾਉਣਾ ਕਰਦੇ ਐ। ਵੱਡੇ ਦੁੱਖ ਉਹਨਾਂ ਨੂੰ ਆ ਕੇ ਚਿੰਬੜ ਜਾਂਦੇ ਐ। ਜਿਹੜੇ ਵਿਸ਼ੇ ਵਿਕਾਰੀ ਨੇ ਨਾ ਉਹ ਇਹਨਾਂ ਵਿਸ਼ਿਆਂ ਵਿੱਚ ਹੀ ਪੈ ਕੇ ਤੇ ਵੱਡੇ ਕਸ਼ਟ ਸਹਾਰਨਾ ਕਰਦੇ ਐ। ਕਦਾਚਿਤ ਵੀ ਉਹਨਾਂ ਨੇ ਆਪਣੇ ਹਿਰਦੇ ਵਿੱਚ ਸਤਨਾਮ ਦਾ ਸਿਮਰਨ ਕੀਤਾ ਹੀ ਨਹੀਂ। ਸੁਪਨੇ ਵਿੱਚ ਵੀ ਉਹਨਾਂ ਨੇ ਯਾਦ ਨਹੀਂ ਕਰਨਾ ਕੀਤਾ। ਸੁਪਨੇ ਵਿੱਚ ਵੀ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਕਹਿੰਦੇ ਦਾਰਾ ਸ਼ਕੋ ਜੀ ਤੁਸੀਂ ਵੱਡੇ ਭਾਗਾਂ ਵਾਲੇ ਹੋ। ਤੁਹਾਡੇ ਉੱਤੇ ਉਸ ਪਰਮੇਸ਼ਰ ਦੇ ਘਰ ਦੀ ਬੜੀ ਰਹਿਮਤ ਹੈ, ਜਿਨ੍ਹਾਂ ਨੇ ਕਿ ਆਪਣੀ ਸੁਰਤੀ ਬਿਰਤੀ ਨੂੰ ਖੁਦਾ ਦੇ ਘਰ ਦੇ ਨਾਲ ਜੋੜਨਾ ਕੀਤਾ ਹੈ।
ਜੋੜਨਾ ਕੀਤਾ ਹੈ ਤੇ ਵੱਡਾ ਆਨੰਦ ਤੁਸੀਂ ਪ੍ਰਾਪਤ ਕਰ ਰਹੇ ਹੋ। ਤੁਹਾਡੇ ਉੱਤੇ ਖੁਦਾ ਦੀ ਬੜੀ ਰਹਿਮਤ ਹੋਣਾ ਕੀਤੀ ਹੈ। ਇਸ ਕਰਕੇ ਤੁਹਾਡੀ ਮੱਤ ਦੇ ਸ਼ਾਬਾਸ਼ ਸ਼ਾਬਾਸ਼ ਦਾਰਾ ਸ਼ਕੋ ਜੀ, ਜਿਨ੍ਹਾਂ ਨੇ ਭਲੀ ਮੱਤ ਧਾਰਨ ਕੀਤੀ ਹੈ, ਜਿਨ੍ਹਾਂ ਨੇ ਕਿ ਭਲੀ ਮੱਤ ਧਾਰਨ ਕੀਤੀ ਹੈ। ਕਿਉਂਕਿ ਜਿਹੜਾ ਨੇ ਜਾਂ ਜਿਨ੍ਹਾਂ ਨੂੰ ਵਿਸ਼ੇ ਵਿਕਾਰਾਂ ਦੀ ਹੱਥ ਕੜੀ ਲੱਗੀ, ਉਹ ਫਿਰ ਸੰਸਾਰਕ ਵਸਤੂਆਂ ਤੋਂ ਛੁਟਕਾਰਾ ਨਹੀਂ ਪਾ ਸਕਦੇ। ਗੁਰੂ ਪਿਆਰ ਵਾਲਿਓ, ਜਿਹੜੇ ਵਿਸ਼ੇ ਵਿਕਾਰੀ ਬਣ ਕੇ ਨਾ, ਸਮਝ ਲਓ ਇਹ ਹੱਥ ਕੜੀ ਹੈ ਵਿਸ਼ੇ ਵਿਕਾਰਾਂ ਦੀ। ਜਿਨ੍ਹਾਂ ਨੂੰ ਇਹ ਲੱਗ ਗਈ, ਉਹ ਫਿਰ ਕਦਾਚਿਤ ਵੀ ਸੁਖ ਦੀ ਪ੍ਰਾਪਤੀ ਨਹੀਂ ਕਰ ਸਕਦੇ, ਆਨੰਦ ਨਹੀਂ ਲੈ ਸਕਦੇ। ਉਹ ਫਿਰ ਇਦਾਂ ਹੀ ਇਹਦੇ ਵਿੱਚ ਖਚਤ ਹੋ ਕੇ, ਕਸ਼ਟ ਪਾ ਕੇ, ਆਪਣੀ ਜੀਵਨ ਰੂਪੀ ਰਾਤ ਜਿਹੜੀ ਗਵਾ ਕੇ ਤੇ ਦਾਰਾ ਸ਼ਕੋ ਜੀ ਉਹ ਚਲੇ ਜਾਂਦੇ ਹਨ। ਬ੍ਰਹਮ ਆਤਮਾ ਮੈਂ ਥਿਤ ਚਾਹਤ, ਆਨੰਦ ਹੋਣ ਕੋ ਮੈਦ ਉਮਾਹਤ, ਤੈ ਸਾਧਨ ਸਾਧਤ ਸਭ ਭਾਂਤੀ, ਜਿਸ ਤੇ ਪਰੇ ਅਪਰਣੈ ਬਾਤੀ। ਸਤਿਗੁਰ ਜੀ ਮਹਾਰਾਜ ਕਹਿੰਦੇ, ਦਾਰਾ ਸ਼ਕੋ ਜੀ, ਇਸ ਕਰਕੇ ਤੁਸੀਂ ਬ੍ਰਹਮ ਆਤਮਾ ਦੇ ਵਿੱਚ ਸਥਿਤ ਹੋਣਾ ਚਾਹੁੰਦੇ ਹੋ, ਬ੍ਰਹਮ ਆਤਮਾ ਵਿੱਚ ਸਥਿਤ ਹੋਣਾ ਚਾਹੁੰਦੇ ਹੋ। ਬੜੇ ਰੱਬ ਦੀ ਬੰਦਗੀ ਕਰਕੇ ਆਨੰਦਿਤ ਹੋਏ ਹੋ ਤੁਸੀਂ, ਕਿਉਂਕਿ ਪੀਰ ਮੀਆਂ ਵੀਰ ਜੀ ਦੀ ਸੰਗਤ ਕੀਤੀ ਹੈ, ਸੰਤਾਂ ਮਹਾਂਪੁਰਸ਼ਾਂ ਫਕੀਰਾਂ ਦੀ ਸੰਗਤ ਕੀਤੀ ਹੈ। ਸੰਗਤ ਕਰਕੇ ਤੇ ਉਹਨਾਂ ਦੇ ਉਪਦੇਸ਼ ਦੇ ਧਾਰਨੀ ਹੋਣਾ ਕੀਤਾ ਹੈ, ਸੁਣਨਾ ਕੀਤਾ ਹੈ, ਮੰਨਣਾ ਕੀਤਾ ਹੈ ਤੇ ਭੈ ਬਣਾ ਕਰਕੇ ਚੱਲਣਾ ਕੀਤਾ, ਤੇ ਫਿਰ ਵੱਡੀ ਰਹਿਮਤ ਹੋ ਗਈ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਬੜੇ ਇਹਦੇ ਉੱਤੇ ਪ੍ਰਸੰਨ ਨੇ। ਤੇ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਕਹਿੰਦੇ, ਦਾਰਾ ਸ਼ਕੋ ਜੀ, ਜਿਨ੍ਹਾਂ ਦੇ ਪਾਸ ਖੁਦਾ ਦਾ ਨਾਮ ਸਹਾਇਕ ਹੈ, ਫਿਰ ਉਹਨਾਂ ਨੂੰ ਕਦਾਚਿਤ ਵੀ ਕਿਤੇ ਮਾਰ ਨਹੀਂ ਖਾਣਾ ਪੈਂਦੀ, ਕਿਤੇ ਵੀ ਮਾਰ ਨਹੀਂ ਖਾਣਾ ਪੈਂਦੀ, ਜਾਂ ਉਹਨਾਂ ਨੂੰ ਜਮਾ ਦੀ ਮਾਰ ਨਹੀਂ ਪੈਂਦੀ, ਤੇ ਨਾ ਹੀ ਉਹ ਦੁੱਖਾਂ ਵਿੱਚ ਗਰਸਦੇ ਹੈ। ਜਿਨ੍ਹਾਂ ਦੇ ਪੱਲੇ ਵਿੱਚ, ਜਿਨ੍ਹਾਂ ਦਾ ਸਹਾਇਕ ਖੁਦਾ ਦਾ ਨਾਮ ਹੈ, ਖੁਦਾ ਦੀ ਬੰਦਗੀ ਹੈ, ਉਹ ਫਿਰ ਕਦਾਚਿਤ ਵੀ ਇਸ ਸੰਸਾਰ ਦੇ ਵਿੱਚ ਦੁੱਖ ਨਹੀਂ ਪਾਉਂਦੇ, ਤੇ ਨਾ ਹੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਹਰ ਪਾਸੇ ਵਡਿਆਈਆਂ ਹੀ ਵਡਿਆਈਆਂ ਲੈਣੀਆਂ ਕਰਦੇ ਹੈ। ਜਿਨ ਕੋ ਮਿਲੇ ਸਹਾਇਕ ਭਾਰੇ, ਸੋ ਸਭ ਕਾਰਜ ਕਰੇ ਸੁਖਾਰੇ। ਕਿ ਜਿਨ੍ਹਾਂ ਨੂੰ ਪਰਮੇਸ਼ਰ ਦਾ ਉੱਤਮ ਨਾਮ ਪ੍ਰਾਪਤ ਹੋ ਗਿਆ, ਜਿਨ੍ਹਾਂ ਨੇ ਪਰਮੇਸ਼ਰ ਦਾ ਉੱਤਮ ਨਾਮ ਹਿਰਦੇ ਵਿੱਚ ਵਸਾ ਲਿਆ, ਵੱਡਾ ਸਹਾਇਕ ਬਣ ਗਿਆ ਜਿਨ੍ਹਾਂ ਦਾ, ਉਹਨਾਂ ਦੇ ਫਿਰ ਸਾਰੇ ਕਾਰਜ ਸਮਰਨਾ ਕੀਤੇ ਹੈ। ਜਿਤਨੇ ਵੀ ਕਾਰਜ ਹੈ, ਕਿਸੇ ਤਰ੍ਹਾਂ ਦੀ ਕੋਈ ਵੀ ਅੜਿੱਕੇਬਾਜ਼ੀ ਨਹੀਂ ਹੋਣਾ ਕੀਤੀ ਉਹਨਾਂ ਕਾਰਜਾਂ ਵਿੱਚ। ਭਲੀ ਭਾਂਤ ਸਤਿਗੁਰਾਂ ਨੇ ਫਿਰ ਆਪਣੇ ਸੇਵਕਾਂ ਦੇ ਕਾਰਜਾਂ ਨੂੰ ਸਵਾਰਨਾ ਕੀਤਾ ਹੈ, ਰਹਿਮਤ ਵਰਤਾਣਾ ਕੀਤੀ ਹੈ। ਸੋ ਸਤਨਾਮ ਸਤਿਗੁਰ ਪਾਸ, ਜਿਸ ਕੋ ਬਖਸ਼ੇ ਕਰੇ ਪ੍ਰਕਾਸ਼, ਸਭ ਕੋ ਸਭ ਸੁਖੈਨ ਹੋਏ ਜਾਵੇ, ਅਣਕ ਬਿਗਨ ਦੇ ਹਾਥ ਬਚਾਵੇ। ਕਿ ਦਾਰਾ ਸ਼ਕੋ ਜੀ, ਸਤਨਾਮ ਦਾ ਜਿਹੜਾ ਸਿਮਰਨ ਹੈ, ਇਹ ਕੇਵਲ ਤੇ ਕੇਵਲ ਸੰਪੂਰਨ ਸਤਿਗੁਰਾਂ ਦੇ ਪਾਸ ਹੈ। ਸੋ ਸਤਨਾਮ ਸਤਿਗੁਰੂ ਪਾਸ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਦਾਰਾ ਸ਼ਕੋ ਜੀ, ਇਹ ਸਿਮਰਨ ਜਿਹੜਾ ਹੈ ਨਾ, ਇਹ ਕੇਵਲ ਤੇ ਕੇਵਲ ਸੰਪੂਰਨ ਸਤਿਗੁਰਾਂ ਦੇ ਪਾਸ ਹੈ। ਉਹਨਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ, ਤੇ ਜਿਨ੍ਹਾਂ ਨੂੰ ਫਿਰ ਉਹ ਬਖਸ਼ ਦਿੰਦੇ ਹੈ। ਸੰਪੂਰਨ ਸਤਿਗੁਰੂ ਜੀ ਮਹਾਰਾਜ ਜਿਨ੍ਹਾਂ ਨੂੰ ਆਪਣਾ ਸੱਚਾ ਤੇ ਸੁੱਚਾ ਨਾਮ ਦਾਨ ਵਿੱਚ ਦੇ ਜਾਂਦੇ ਹੈ, ਫਿਰ ਉਹਨਾਂ ਗੁਰੂ ਕੇ ਪਿਆਰਿਆਂ ਦੇ ਹਿਰਦੇ ਵਿੱਚ ਪ੍ਰਕਾਸ਼ ਹੁੰਦਾ ਹੈ, ਸੋਝੀ ਹੋ ਜਾਂਦੀ ਉਹਨਾਂ ਨੂੰ। ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਦੀ ਬੰਦਗੀ ਵਸ ਗਈ, ਤਿਸ ਕੋ ਸਭ ਸੁਖੈਨ ਹੋਏ ਜਾਵੇ। ਕਿ ਉਹਦੇ ਜਿਤਨੇ ਵੀ ਕਾਰਜ ਨੇ ਨਾ,
सतगुरु जी महाराज कहते दारा छको जी उस खैन बन जाते है, सौखे नेपरे चढ़ते है, किसी भी कारज दे विच कोई अड़िक्का नहीं आउंदा, क्योंकि उन्हां उत्ते अल्लाह ताला दी मेहर है, सच्चे सतगुरां दी किरपा है। वो सदा ही अपने सेवकां दे सिर ते मेहरां दा हथ रखदे है, फिर उत्थे किसी तरह की खड़ोत नहीं आ सकती। अते सतगुरु जी महाराज वड्डे वड्डे विघनां तो हथ जे के बचाउंदे है, क्योंकि गुरु प्यार वालिओ सतगुरु जी महाराज गुरबाणी विच ही फरमान करते हैं, धनासरी राग विच औखी घड़ी न देखन देई अपना बिरद संभाले, कि सतगुरु जी महाराज ना अपने बिरद की पालना करते हुए, धर्म की संभाल करते हुए अपने सेवकां नूं कदाचित भी औखी घड़ी नहीं देखन दिंदे। गुरु प्यार वालिओ औखी घड़ी नहीं देखन दिंदे। हाथ दे राखे घर अपने, वो हाथ दे के ते सवास सवास अपने सेवकां की प्रतिपालना करते हाथ दे के, क्योंकि ये संपूर्णता का घर है। पूरा प्रभ आराध्या पूरा जाका नाओ, नानक पूरा पाया पूरे के गुण गाओ। संपूर्ण सतगुरु जी महाराज के घर विचों सुख प्राप्त हो सकता है, ये रहमतां उस घर दे विचों प्राप्त हो सकती हैं। धन श्री गुरु हरराय साहब जी महाराज कहते दारा छको जी उन्हां नूं हथ दे के ते सतगुरु जी महाराज बचाउणा करते हैं, अंग संग हो करके सहायक बनते हैं कि बल दियां अग्गां विचों हथ दे करके संपूर्ण सतगुरु जी महाराज अपने सेवकां नूं बचा लैंदे है। ये इशारा धन श्री गुरु हरराय साहब जी महाराज ने दादा गुरु जी धन श्री गुरु हरगोबिंद जी महाराज वल कीता कि धन श्री गुरु हरगोबिंद जी महाराज मीरी पीर दे मालक सच्चे पातशाह, जिन्हां ने कि अपने सेवक अपने सेवादार अनन सेवक बाबा बिधि चंद जी नूं बलदे हुए ये अग दे भांबड़ विचों हथ दे के बचाना कीता। बैठ गए सी ना बलदे हुए चुल्हे दे विच ही सतगुरां नूं याद करके, ते फिर छेवें पातशाह ने हथ दे के अपने सेवक दी लाज रखना कीती, बचाना कीता। तत्ती वाह नहीं लगन दित्ती। गुरु प्यार वालिओ तत्ती वाह है कोई इस घर की बराबरता कर सकता? जे कोई इस तरह करता है ना गुरु प्यार वालिओ, तो उसकी बड़ी वड्डी भुल है, वो सिद्ध मसिद्धा नरकां दा अधिकारी बनेगा, क्योंकि इस घर की कोई भी बराबरता नहीं कर सकता। वड्डे वड्डे विघनां दा नाश करके एक घर अपने सेवकां नूं बचाना करदा है। बल दी अग विचों हथ दे के बचाउणा, बलदे हुए भांबड़ां विचों अपने सेवकां नूं तत्ती वाह ना लगन दित्ती। ते गुरु प्यार वालिओ कितनी वड्डी धन श्री गुरु नानक देव जी महाराज के घर की किरपा रहमत है, फिर कौन इस घर की बराबरता कर सकता है? ये मार भी सकता है ते जिवा भी सकता है, ये ना बंदियां नूं बना सकता ते बनियां नूं विगाड़ भी सकता है, ये निमाणियां नूं मान दे सकता है ते नताणियां नूं तान दे सकता है, नतिरियां नूं धिर दे सकता है। क्योंकि दारा छको हुण आसरा लभदा फिरदा सी, आसरा क्यों? क्योंकि छोटा भरा नरंगा वड्डी फौज लेके पिछे पिछे चलदा आ रहा सी, दारा छको नूं पकड़न वास्ते जां मारन वास्ते, कि अगर दारा छको जिउंदा है तो वह बादशाही लै जाएगा। बादशाही का रौला सी, भरावा मारू जंग शुरू हो रहा सी, ते दारा छको हुण आसरा लेना चाहुंदा सी। चलदा चलदा ये कीरतपुर साहब की धरती ते आया ते सतवें पातशाह के चरनां विच जाना कीता। ते सतगुरु जी इहदी शुद्ध मती नूं देख के इहदे उत्ते रहमतां वरता रहे, किरपा करदे है कि जिन्हें के पीर मियाँ मीर जी पासों उपदेश लैके धनता दे जोग बनना कीता है। सतगुरु जी महाराज जिन्हां ने के गुरबाणी दियां उदाहरणां दे के ना
ਤੇ ਦਾਰਾ ਸ਼ਕੋਹ ਨੂੰ ਫਿਰ ਸਮਝਾਉਣਾ ਕੀਤਾ ਹੈ। ਦਾਰਾ ਸ਼ਕੋਹ ਬੈਠਾ ਸਤਿਗੁਰਾਂ ਦੇ ਚਰਨਾਂ ਵਿੱਚ ਤੇ ਸਤਵੇਂ ਪਾਤਸ਼ਾਹ ਸਤਿਗੁਰੂ ਜੀ ਮਹਾਰਾਜ ਕਹਿੰਦੇ ਦਾਰਾ ਸ਼ਕੋਹ, ਧੰਨ ਸ੍ਰੀ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੱਡੇ ਸਤਿਗੁਰਾਂ ਨੇ ਪਵਿੱਤਰ ਗੁਰਬਾਣੀ ਉਚਾਰਨ ਕਰਕੇ ਸਮਝਾਉਣਾ ਕੀਤਾ ਹੈ। ਮਹੱਲਾ ਪਹਿਲਾ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੋਚੇਤ, ਛੁੱਟੇ ਤਿਲ ਬਵਾੜ ਜਿਉ ਸੁਣੇ ਅੰਦਰ ਖੇਤ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਕਹਿੰਦੇ ਦਾਰਾ ਸ਼ਕੋਹ ਜੀ, ਵੱਡੇ ਸਤਿਗੁਰਾਂ ਨੇ ਇਹ ਪਵਿੱਤਰ ਗੁਰਬਾਣੀ ਦਾ ਪ੍ਰਮਾਣ ਕਰਕੇ ਸਮਝਾ ਦਿੱਤਾ ਹੈ ਕਿ ਜਿਹੜੇ ਆਪਣੇ ਸਤਿਗੁਰਾਂ ਨੂੰ ਯਾਦ ਨਹੀਂ ਕਰਦੇ, ਚੇਤੇ ਨਹੀਂ ਕਰਦੇ, ਬੇਮੁਖ ਹੋਏ RAM ਤੇ ਲੱਗਣ ਜਨਮ ਬਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਕਿਉਂਕਿ ਜਦੋਂ ਭੁੱਲ ਗਏ ਫਿਰ ਰੋਗ ਜਿਹੜੇ ਆ ਨਾ ਉਹ ਆ ਕੇ ਤੇ ਗਰਸਦੇ ਆ, ਰੋਗ ਗਰਸਦੇ ਆ। ਸਤਿਗੁਰੂ ਜੀ ਕਹਿੰਦੇ ਦਾਰਾ ਸ਼ਕੋਹ, ਜਿਹੜੇ ਆਪਣੇ ਈਸ਼ਟ ਨੂੰ, ਆਪਣੇ ਖੁਦਾ ਨੂੰ, ਆਪਣੇ ਰੱਬ ਨੂੰ ਯਾਦ ਨਹੀਂ ਨਾ ਕਰਦੇ ਅਤੇ ਆਪਣੇ ਹਿਰਦੇ ਦੇ ਵਿੱਚ ਆਪਣੇ ਆਪ ਨੂੰ ਵੱਡਾ ਸਿਆਣਾ ਸਮਝਣਾ ਕਰਦੇ ਹੈ, ਆਪਣੇ ਆਪ ਨੂੰ ਬੜਾ ਈਮਾਨਦਾਰ, ਬੜਾ ਸਿਆਣਾ, ਬੜਾ ਬਲਵਾਨ, ਉੱਤਮ, ਮਹਾਨ ਇਹ ਸਮਝਣਾ ਕਰਦੇ ਹੈ। ਸਤਿਗੁਰੂ ਜੀ ਮਹਾਰਾਜ ਕਹਿੰਦੇ ਉਹ ਸੜੇ ਹੋਏ ਫਲ ਦੇ ਬੂਟੇ ਵਾਂਗ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਕਹਿੰਦੇ ਦਾਰਾ ਸ਼ਕੋਹ ਜੀ, ਜਿਹੜੇ ਇਸ ਤਰ੍ਹਾਂ ਅਭਿਮਾਨ ਕਰਦੇ ਆ ਨਾ, ਉਹ ਸੜੇ ਹੋਏ ਫਲ ਦੇ ਬੂਟੇ ਵਾਂਗ ਨੇ। ਨਾ ਉਹਨਾਂ ਦੇ ਫਲ ਕੰਮ ਆਉਂਦੇ ਆ ਤੇ ਨਾ ਫੁੱਲ ਕੰਮ ਆਉਂਦੇ ਆ, ਉਹ ਕਿਸੇ ਵੀ ਕੰਮ ਨਹੀਂ। ਕਿਉਂਕਿ ਹੰਕਾਰ ਵਾਂਗ ਉਹ ਸੜ ਕੇ ਤੇ ਤਬਾਹ ਹੋਣਾ ਕਰਦੇ ਐ ਅਤੇ ਨਾ ਹੀ ਕੋਈ ਫਿਰ ਇਹੋ ਜਿਹੇ ਬੂਟਿਆਂ ਨੂੰ ਖੇਤ ਵਿੱਚ ਰਹਿਣ ਦਿੰਦਾ। ਕਿਉਂਕਿ ਜਿਸ ਬੂਟੇ ਨੂੰ ਬਿਮਾਰੀ ਲੱਗ ਜਾਏ ਤੇ ਜ਼ਿਮੀਂਦਾਰ ਭਰਾ ਪੱਟ ਕੇ ਉਹਨੂੰ ਬਾਹਰ ਸੁੱਟ ਦਿੰਦੇ ਕਿ ਇਹਦੇ ਤੋਂ ਅੱਗੇ ਦੀ ਅੱਗੇ ਹੋਰ ਫਸਲ ਨੂੰ ਬਿਮਾਰੀ ਲੱਗੇਗੀ। ਇਸ ਵਾਸਤੇ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਕਹਿੰਦੇ ਹੰਕਾਰੀ ਪੁਰਸ਼ਾਂ ਦਾ ਫਿਰ ਇੱਦਾਂ ਦਾ ਹਾਲ ਹੁੰਦਾ ਹੈ ਕਿ ਕੋਈ ਵੀ ਉਹਨਾਂ ਨੂੰ ਚਾਹੁੰਦਾ ਨਹੀਂ ਤੇ ਨਾ ਹੀ ਉਹਨਾਂ ਪਾਸੋਂ ਕੁਛ ਬੰਦੇ ਦਾ ਕੋਈ ਕਾਰਜ ਸਮਰ ਸਕਦਾ ਹੈ, ਨਾ ਹੀ ਕੋਈ ਉਹਨਾਂ ਤੋਂ ਆਸ ਮੁਰਾਦ ਰੱਖਣਾ ਕਰਦਾ ਹੈ। ਇਸ ਵਾਸਤੇ ਦਾਰਾ ਸ਼ਕੋਹ ਜੀ, ਜਿਨ੍ਹਾਂ ਨੇ ਰੱਬ ਦੀ ਬੰਦਗੀ ਕੀਤੀ ਉਹਨਾਂ ਉੱਤੇ ਰਹਿਮਤ ਹੁੰਦੀ ਹੈ, ਇਸ ਘਰ ਦੀ ਉਹਨਾਂ ਉੱਤੇ ਕਿਰਪਾ ਹੁੰਦੀ ਹੈ। ਉਹ ਆਪ ਜਪਦੇ ਹੈ, ਦੂਸਰਿਆਂ ਨੂੰ ਜਪਾਉਂਦੇ ਹੈ ਅਤੇ ਜਿਸ ਪਾਸੇ ਵੱਲ ਜਾਂਦੇ ਹੈ ਉਹਨਾਂ ਦੇ ਸਵਾਗਤ ਹੁੰਦੇ ਹੈ, ਆਓ ਭਗਤ ਹੋਣਾ ਕਰਦੀ ਹੈ। ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਰੱਬ ਦੀ ਬੰਦਗੀ ਵਸੀ ਹੋਈ ਹੈ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਕਹਿੰਦੇ ਦਾਰਾ ਸ਼ਕੋਹ ਜੀ ਕਿ ਜਿਹੜੇ ਪਾਣੀ ਦੇ ਵਿੱਚ ਤਰਨਾ ਜਾਣਦੇ ਹੈ, ਨਾ ਉਹੀ ਫਿਰ ਸਾਗਰ ਤੋਂ ਪਾਰ ਉਤਰ ਸਕਦੇ ਹੈ ਤੇ ਜਿਹੜਾ ਬੰਦਾ ਅੰਤਾਰੂ ਹੈ, ਤਰ ਨਹੀਂ ਸਕਦਾ, ਉਹ ਫਿਰ ਰਸਤੇ ਵਿੱਚ ਹੀ ਡੁੱਬਦਾ ਹੈ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਕਹਿੰਦੇ ਦਾਰਾ ਸ਼ਕੋਹ ਜੀ, ਫਿਰ ਉਹ ਰਸਤੇ ਵਿੱਚ ਹੀ ਡੁੱਬਦਾ ਹੈ। ਜੇ ਤੇ ਉਹ ਤਰਨ ਵਾਲੇ ਮਨੁੱਖ ਤੋਂ ਉਪਦੇਸ਼ ਲੈ ਕੇ, ਸਿੱਖਿਆ ਲੈ ਕੇ ਤਰਨਾ ਜਾਣ ਲਵੇਗਾ ਤੇ ਉਹ ਵੀ ਤਰ ਜਾਏਗਾ ਉਹਦਾ ਸੰਗ ਕਰਕੇ। ਤੇ ਜੇ ਉਹ ਸਿੱਖਿਆ ਨਹੀਂ ਲਏਗਾ, ਆਪਣੇ ਅਭਿਮਾਨ ਵਿੱਚ ਹੀ ਰਹੇਗਾ ਤੇ ਉਸ ਫਲ ਦੇ ਬੂਟੇ ਵਾਂਗ ਫਿਰ ਇਸ ਅਭਿਮਾਨੀ ਬੰਦੇ ਦੀ ਗੱਤ ਹੋਵੇਗੀ। ਇਹਦਾ ਹਸ਼ਰ ਉਹੀ ਹੋਏਗਾ ਕਿ ਇਹ ਆਪਣੀ ਜੀਵਨ ਰੂਪੀ ਰਾਤ ਗਵਾ ਕੇ ਤੇ ਹੱਥ ਝਾੜ ਕੇ ਇਸ ਸੰਸਾਰ ਤੋਂ ਚਲਿਆ ਜਾਏਗਾ। ਜੋ ਸਾਗਰ ਕੋ ਤਰਬੇ ਚਾਹੀ, ਪਾਰ ਪਰਨ ਕੋ ਬਲ ਭੁਜ ਮਾਹੇ, ਤਉ ਜਿ ਕੇਵਟ ਤੈ ਕੋ ਹੋਏ, 300 ਬੋਝ ਤਰੈ ਸੁਖ ਹੋਏ। ਸਤਿਗੁਰੂ ਜੀ ਮਹਾਰਾਜ ਕਹਿੰਦੇ ਜਿਹੜੇ ਰੱਬ ਦੀ ਬੰਦਗੀ ਦੇ ਨਾਲ ਜੁੜੇ ਐ,
फिर वो इस डूंघे संसार तो उन्हां दा पार उतारा हुंदा है, वो तर जांदे है। ते जिहड़े इस पासे वल बेमुखता दिखा गए वो फिर तर नहीं सके, इहदे विच ही घुमण घेरियां खा के ते तबाही वाले पासे चले गए। पछतावा अंत नूं उन्हां दे हत्थां विच लगना कीता, पछताउंदे होए नरकां दे अधिकारी बन के जाना कीता है कि दाराशको जी हुण तुसीं अपने सज्जे खब्बे विचार के ते अपना तुसीं बचाव करना करो, सज्जे खब्बे देख करके अपना बचाव करो, हिरदे विच विचार ना करो कि जिवें जिवें तुसीं ਇਹਦੇ ਤੋਂ ਬਚਾਅ ਕਰੋਗੇ ਉਵੇਂ ਉਵੇਂ ਤੁਹਾਡੇ ਉੱਤੇ ਕਿਰਪਾ ਹੁੰਦੀ ਜਾਏਗੀ, ਰਹਿਮਤ ਹੁੰਦੀ ਜਾਏਗੀ। ਹੁਣ ਸਤਿਗੁਰੂ ਜੀ ਇਹਨੂੰ ਇਸ ਭੇਦ ਨੂੰ ਸਮਝਾ ਕਰਕੇ ਨਾ ਤੇ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦਾਰਾਸ਼ਕੋ ਨੂੰ ਨਰੰਗੇ ਤੋਂ ਬਚਾਉਣਾ ਵੀ ਚਾਹੁੰਦੇ ਹੈ, ਕਿਉਂਕਿ ਇਹ ਸ਼ਰਨ ਵਿੱਚ ਆ ਗਿਆ ਤੇ ਇਹ ਘਰ ਸ਼ਰਨ ਪਿਆਂ ਦੀ ਲਾਜ ਰੱਖਦਾ। ਗੁਰੂ ਪਿਆਰ ਵਾਲਿਓ, ਜਿਹੜੇ ਸ਼ਰਨ ਵਿੱਚ ਪੈ ਗਏ ਨਾ ਸਤਿਗੁਰੂ ਜੀ ਫਿਰ ਉਹਨਾਂ ਦੀ ਬਾਂਹ ਪਕੜਦੇ ਐ। ਇਸ ਘਰ ਦੀ ਸ਼ਰਨ ਵਿੱਚ ਜਿਹੜਾ ਆ ਗਿਆ, ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਤਨਾਮ ਦੇ ਸਿਮਰਨ ਦੇ ਨਾਲ ਜੁੜਨਾ ਕੀਤਾ ਉਹਨਾਂ ਦਾ ਮਨ ਰੰਗਿਆ ਗਿਆ। ਦਾਰਾਸ਼ਕੋ ਜੀ ਉਹਨਾਂ ਦਾ ਮਨ ਰੰਗਿਆ ਗਿਆ। ਜਿਹੜੇ ਇਹ ਸੰਸਾਰ ਦੇ ਪਦਾਰਥਾਂ ਨੂੰ ਨਾਸ ਕਰਕੇ ਜਾਣਦੇ ਐ ਤੇ ਇੱਕੋ ਇੱਕ ਰੱਬ ਦੀ ਬੰਦਗੀ ਦੇ ਨਾਲ ਜੁੜਦੇ ਐ, ਉਹ ਵੱਡੇ ਭਾਗਾਂ ਵਾਲੇ। ਉਹਨਾਂ ਨੂੰ ਮੌਤ ਦਾ, ਜੀਵਨ ਦਾ ਕਿਸੇ ਤਰ੍ਹਾਂ ਦਾ ਕੋਈ ਫਿਕਰ ਨਹੀਂ, ਡਰ ਨਹੀਂ। ਉਹ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਹੁਕਮ ਨੂੰ ਸਤ ਬਚਨ ਦੇ ਅਧਿਕਾਰੀ ਹੋ ਕੇ ਪ੍ਰਵਾਨ ਕਰਦੇ ਐ, ਸਤ ਬਚਨ ਦੇ ਅਧਿਕਾਰੀ ਹੋ ਕੇ ਪ੍ਰਵਾਨ ਕਰਦੇ ਐ, ਉਹਦੇ ਹੁਕਮ ਦੇ ਵਿੱਚ ਰਹਿਣਾ ਕਰਦੇ ਐ। ਫਿਰ ਜਿਵੇਂ ਜਿਵੇਂ ਉਹਦੇ ਹੁਕਮ ਦੇ ਵਿੱਚ ਰਹਿਣਾ ਕਰਦੇ ਐ, ਜਿੱਥੇ ਜਿੱਥੇ ਵੀ ਉਹ ਜਾਂਦੇ ਐ ਨਾਮ ਉਹਨਾਂ ਦਾ ਸਹਾਇਕ ਬਣਦਾ ਹੈ। ਜਿੱਥੇ ਜਿੱਥੇ ਵੀ ਜਾਂਦੇ ਐ ਨਾ ਫਿਰ ਨਾਮ ਉਹਨਾਂ ਦਾ ਸਹਾਇਕ ਬਣਦਾ ਹੈ ਤੇ ਵੱਡੇ ਸੁਖ ਆਨੰਦ ਦੀ ਉਹ ਪ੍ਰਾਪਤੀ ਕਰਦੇ ਐ, ਵੱਡੇ ਸੁਖ ਆਨੰਦ ਦੀ ਪ੍ਰਾਪਤੀ ਕਰਦੇ ਐ। ਸਤਨਾਮ ਸਿਮਰਨ ਤੇ ਹੀਨ ਸਰਵਣਾ ਦਾਇਕ ਜੋ ਕਰੇ ਹਿਤ ਚੀਨ, ਤਿਨ ਕੋ ਗਿਆਨ ਹੋਨ ਮੈਂ ਸੰਸੇ ਕੋ ਬਕਾਰ ਤੇ ਸਗਲ ਬੁੱਧ ਹੰਸੇ। ਕਿ ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ ਕਿ ਦਾਰਾਸ਼ਕੋ ਜੀ ਜਿਹੜੇ ਸਤਨਾਮ ਦੇ ਸਿਮਰਨ ਤੋਂ ਰਹਿਤ ਨੇ ਨਾ, ਕਹਿਣ ਦਾ ਭਾਵ ਕਿ ਰੱਬ ਦੀ ਬੰਦਗੀ ਦੇ ਨਾਲ ਜੁੜੇ ਨਹੀਂ ਅਤੇ ਉਹਨਾਂ ਨੇ ਸਤ ਸੰਗਤ ਨਹੀਂ ਕੀਤੀ, ਫਿਰ ਉਹ ਸਦਾ ਹੀ ਦੁੱਖ ਭੋਗਣਾ ਕਰਦੇ ਐ ਤੇ ਕੋਈ ਨਾ ਕੋਈ ਰੋਗ ਉਹਨਾਂ ਦੇ ਸਰੀਰ ਨੂੰ ਆ ਕਰਕੇ ਗਰਸਦਾ ਹੈ। ਤੇ ਜਿਵੇਂ ਜਿਵੇਂ ਰੋਗਾਂ ਨੇ ਗਰਸ ਲਿਆ, ਦੁਖੀ ਹੋਇਆ ਮਨ ਕਰਕੇ, ਤੇ ਜਦੋਂ ਦੁਖੀ ਹੋਇਆ ਤੇ ਫਿਰ ਇਹਨੇ ਰੱਬ ਨੂੰ ਯਾਦ ਕਰਨਾ ਕੀਤਾ, ਬੇਨਤੀਆਂ ਕੀਤੀਆਂ। ਪਰ ਜੇ ਯਾਦ ਕਰੇਗਾ ਨਾ, ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਵਸਾਵੇਗਾ ਪਛਤਾਵਾ ਕਰਕੇ, ਤੇ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਕਹਿੰਦੇ ਦਾਰਾਸ਼ਕੋ ਜੀ ਉਹਦੇ ਉੱਤੇ ਰੱਬ ਦੇ ਘਰ ਦੀ ਮਿਹਰਬਾਨੀ ਹੋਏਗੀ, ਰੱਬ ਦੇ ਘਰ ਦੀ ਮਿਹਰਬਾਨੀ ਹੋਏਗੀ। ਇਸ ਵਾਸਤੇ ਜਿਹੜੇ ਉਹਦੇ ਨਾਮ ਨੂੰ ਜਪ ਲੈਣਗੇ ਉਹਨਾਂ ਦੇ ਜਿਹੜੇ ਵੀ ਵਿਸ਼ੇ ਵਿਕਾਰਾਂ ਦੇ ਕਲੇਸ਼ ਨੇ ਉਹ ਸੌਖੇ ਕੱਟੇ ਜਾਣਗੇ। ਸਭ ਸੁਖੈਨ ਹੀ ਮਿਟੇ ਕਲੇਸ਼, ਜਾਤੇ ਸੁਨ ਹਮਰੋ ਉਪਦੇਸ਼। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਰੱਬ ਦੇ ਘਰ ਦਾ ਉਪਦੇਸ਼ ਸੁਣ ਲਿਆ ਉਹਨਾਂ ਦੇ ਦੁੱਖਾਂ ਕਲੇਸ਼ਾਂ ਦਾ ਨਾਸ ਹੋ ਗਿਆ, ਸੁੱਖਾਂ ਦਾ ਪ੍ਰਕਾਸ਼ ਹੋ ਗਿਆ। ਕਿਉਂਕਿ ਗੁਰੂ ਪਿਆਰ ਵਾਲਿਓ ਨਿਰਾਪੁਰਾ ਕਹਿਣ ਦੇ ਨਾਲ ਕੁਛ ਪ੍ਰਾਪਤੀ ਨਹੀਂ ਹੁੰਦੀ, ਕੁਛ ਮਿਹਨਤ ਵੀ ਕਰਨੀ ਪਏਗੀ, ਕਮਾਈ ਵੀ ਕਰਨੀ ਪਏਗੀ। ਜੇ ਕੇਵਲ ਤੇ ਕੇਵਲ ਗੁਰੂ ਪਿਆਰ ਵਾਲਿਓ ਇੱਦਾਂ ਕਹਿ ਲਓ ਕਿ ਆਪਾਂ ਪ੍ਰਸ਼ਾਦਾ ਛਕਣਾ ਹੈ
ਤੇ ਫਿਰ ਆਪਣੇ ਹੱਥ ਤੇ ਹਿਲਾਉਣੇ ਪੈਣੇ ਆ ਨਾ ਗੁਰੂ ਪਿਆਰ ਵਾਲਿਓ। ਬੁਰਕੀ ਤੋੜਨੀ ਪੈਣੀ ਹੈ, ਸਬਜ਼ੀ ਨਾਲ ਲਗਾਉਣੀ ਪੈਣੀ ਹੈ, ਮੁੱਖ ਵਿੱਚ ਪਾਣੀ ਪੈਣੀ ਹੈ ਤੇ ਚਬਾ ਕੇ ਅੰਦਰ ਲੰਘਾਣੀ ਪੈਣੀ ਹੈ। ਇਸ ਵਾਸਤੇ ਕਮਾਈ ਤਾਂ ਕਰਨੀ ਪੈਣੀ ਹੈ। ਜਦੋਂ ਕਮਾਈ ਕਰਾਂਗੇ ਇਹਦੇ ਵਿੱਚੋਂ ਸੁਖ ਆਨੰਦ ਦੀ ਪ੍ਰਾਪਤੀ ਹੋਏਗੀ। ਜਿਹੜੇ ਗੁਰੂ ਕੇ ਲਾਲ ਆਰਾਧਨਾ ਕਰਨਗੇ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਘਰ ਦੀ ਪ੍ਰਭ ਬਸਾਲ ਹੋਏ ਦਾਸ ਸਹਾਇਕ, ਤੇ ਫਿਰ ਪਰਮੇਸ਼ਰ ਆਪਣੇ ਦਾਸਾਂ ਦਾ ਸਹਾਇਕ ਬਣ ਜਾਏਗਾ। ਪ੍ਰਭ ਬਸਾਲ ਹੋਏ ਦਾਸ ਸਹਾਇਕ, ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਦਾਸਾਂ ਦਾ, ਆਪਣੇ ਸੇਵਕਾਂ ਦਾ ਸਹਾਇਕ ਬਣ ਜਾਏਗਾ। ਕਿਤਨੇ ਸਾਰੇ ਇਤਿਹਾਸ ਪੜ੍ਹ ਲਓ ਗੁਰੂ ਪਿਆਰ ਵਾਲਿਓ। ਛੇਵੇਂ ਪਾਤਸ਼ਾਹ ਨਾ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੁਪਹਿਰ ਦਾ ਸਮਾਂ ਸੀ ਤੇ ਡਰੌਲੀ ਵਿਖੇ ਆਪਣੇ ਸਾਲੀ ਤੇ ਸਾਂਢੂ ਦੇ ਗ੍ਰਹਿ ਵਿਖੇ ਠਹਿਰੇ ਹੋਏ ਸੀ। ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨਾ ਆਰਾਮ ਫਰਮਾਨ ਕਰ ਰਹੇ ਹੈ ਤੇ ਬੀਬੀ ਰਾਮੋ ਪੱਖਾ ਝੱਲ ਰਹੀ ਹੈ ਤੇ ਸਾਈਂ ਦਾਸ ਚਰਨ ਘੁੱਟ ਰਿਹਾ ਹੈ। ਤੇ ਹੁਣ ਜਦੋਂ ਚਰਨ ਘੁੱਟ ਰਿਹਾ ਨਾ, ਸੇਵਾ ਕਰਦਿਆਂ ਕਰਦਿਆਂ, ਕਮਾਈ ਕਰਦਿਆਂ ਕਰਦਿਆਂ ਇਹਨਾਂ ਨੂੰ ਸ਼ਕਤੀਆਂ ਪ੍ਰਾਪਤ ਹੋ ਗਈਆਂ। ਦੋਨਾਂ ਜੀਆਂ ਨੂੰ ਸ਼ਕਤੀਆਂ ਪ੍ਰਾਪਤ ਹੋ ਗਈਆਂ। ਕਹਿਣ ਦਾ ਭਾਵ ਕਿ ਅੰਤਰਜਾਮਤਾ ਹੋ ਗਈ। ਤੇ ਹੁਣ ਜਦੋਂ ਇਹ ਸੇਵਾ ਕਰ ਰਹੇ ਸੀ ਉਸ ਵਕਤ ਹੀ ਕਿ ਕਾਬਲ ਦੇਸ਼ ਦੇ ਇੱਕ ਸੁਦਾਗਰ ਨੇ, ਜੋ ਕਿ ਵਪਾਰ ਕਰਨ ਵਾਸਤੇ ਗਿਆ ਸੀ, ਉਹਦਾ ਜਹਾਜ਼ ਸਮੁੰਦਰ ਦੇ ਵਿੱਚ ਡੱਕੋ ਡੋਲੇ ਖਾਉਣ ਲੱਗ ਗਿਆ ਤੇ ਉਹਨੇ ਯਾਦ ਕੀਤਾ ਸਤਿਗੁਰਾਂ ਨੂੰ ਕਿ ਸਤਿਗੁਰ ਜੀ ਕਿਰਪਾ ਦੇ ਘਰ ਵਿੱਚ ਆ ਕਰਕੇ ਮੇਰਾ ਬੇੜਾ ਬੰਨੇ ਲਗਾਣਾ ਕਰੋ। ਮੈਂ ਇਸ ਵਪਾਰ ਵਿੱਚੋਂ ਦਸਵੰਧ ਆਪ ਹੀ ਦੇ ਘਰ ਨੂੰ ਅਰਪਣ ਕਰਾਂਗਾ। ਮੇਰੇ ਉੱਤੇ ਰਹਿਮਤਾਂ ਵਰਤਾਓ। ਮੈਂ ਸਦਾ ਹੀ ਆਪ ਹੀ ਦੇ ਚਰਨਾਂ ਨਾਲ ਜੁੜਿਆ ਹੋਇਆ। ਜਦੋਂ ਹੁਣ ਪ੍ਰੇਮ ਦੀ ਖਿੱਚ ਬਣੀ ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਪਏ ਲੰਮੇ ਪਲੰਘੇ ਉੱਤੇ ਡਰੌਲੀ ਵਿਖੇ ਹੈ ਤੇ ਆਪਣੇ ਸੇਵਕ ਦਾ ਜਹਾਜ਼ ਫਿਰ ਬੰਨੇ ਲਾਉਣ ਵਾਸਤੇ ਸਮੁੰਦਰ ਵਿੱਚ ਗਏ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਆਪਣੇ ਸੇਵਕ ਦਾ ਸਮੁੰਦਰ ਵਿੱਚ ਉਹ ਜਹਾਜ਼ ਬੰਨੇ ਲਾਇਆ ਤੇ ਬੀਬੀ ਰਾਮੋ ਜੀ ਪੱਖਾ ਝੱਲਦੀ ਚੱਲਦੀ ਪਰਿਕਰਮਾ ਕਰਦੀ ਤੇ ਸਤਿਗੁਰਾਂ ਦੇ ਕੇਸਾਂ ਵਿੱਚੋਂ ਜਦੋਂ ਜਲ ਨਿਕਲਿਆ ਨਾ ਤੇ ਆਪਣੇ ਪਤੀ ਭਾਈ ਸਾਈਂ ਦਾਸ ਜੀ ਨੂੰ ਕਹਿਣ ਲੱਗੀ, ਸਵਾਮੀ ਜੀ ਮੈਂ ਪੱਖਾ ਬੜੇ ਜ਼ੋਰ ਦੀ ਝੱਲਦੀ ਆ ਤੇ ਫੇਰ ਸਤਿਗੁਰੂ ਜੀ ਮਹਾਰਾਜ, ਫੇਰ ਸਤਿਗੁਰਾਂ ਨੂੰ ਪਸੀਨਾ ਕਿਵੇਂ ਆ ਗਿਆ? ਤੇ ਭਾਈ ਸਾਈਂ ਦਾਸ ਜੀ ਹੱਸ ਪਏ ਤੇ ਕਹਿਣ ਲੱਗੇ, ਭਾਗਾਂ ਵਾਲੀਏ ਚੁੱਪ ਕਰਕੇ ਤੁਸੀਂ ਸੇਵਾ ਕਰਦੇ ਜਾਓ। ਸਤਿਗੁਰੂ ਜੀ ਮਹਾਰਾਜ ਤੇ ਆਪਣੇ ਸੇਵਕ ਦਾ ਜਹਾਜ਼ ਬੰਨੇ ਲਾ ਰਹੇ ਐ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਾਣ ਗਏ ਵੀ ਸਤਿਗੁਰੂ ਜੀ ਮਹਾਰਾਜ ਤੇ ਆਪਣੇ ਸੇਵਕ ਦਾ ਜਹਾਜ਼ ਬੰਨੇ ਲਾ ਰਹੇ ਐ, ਕਿਉਂਕਿ ਚਰਨਾਂ ਦੀ ਸੇਵਾ ਕੀਤੀ ਸੀ ਨਾ, ਕਮਾਈ ਕੀਤੀ ਸੀ, ਇਹ ਪ੍ਰਾਪਤੀਆਂ ਹੋਈਆਂ। ਸਤਿਗੁਰੂ ਜੀ ਮਹਾਰਾਜ ਜਾਗੇ ਤੇ ਹੱਸ ਪਏ। ਸਤਿਗੁਰੂ ਜੀ ਕਹਿਣ ਲੱਗੇ, ਬੀਬੀ ਰਾਮੋ ਜੀ, ਭਾਈ ਸਾਈਂ ਦਾਸ ਜੀ ਕੀ ਬਚਨ ਵਿਲਾਸ ਹੋ ਰਹੇ ਸੀ? ਤੇ ਭਾਈ ਸਾਈਂ ਦਾਸ ਜੀ ਕਹਿੰਦੇ, ਸਤਿਗੁਰੂ ਜੀ ਤੁਸੀਂ ਜਾਨੀ ਜਹਾਨ ਜੇ, ਤੁਹਾਨੂੰ ਪਤਾ ਹੀ ਹੈ। ਸਤਿਗੁਰੂ ਜੀ ਕਹਿਣ ਲੱਗੇ, ਬੀਬੀ ਰਾਮੋ ਜੀ, ਭਾਈ ਸਾਈਂ ਦਾਸ ਜੀ ਤੁਹਾਡੀ ਮਹਾਨ ਸੇਵਾ, ਉੱਤਮ ਕਮਾਈ ਤੁਸੀਂ ਕੀਤੀ ਹੈ। ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੀਆਂ ਬਖਸ਼ਾਂ ਮਿਲ ਗਈਆਂ, ਪਰ ਆਪਾਂ ਨਾ ਜਤਾਇਓ, ਇਹਨੂੰ ਸੰਭਾਲ ਕਰਕੇ ਰੱਖਿਓ, ਸੰਭਾਲ ਕਰਕੇ ਰੱਖਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਘਰ ਕਰਾਮਾਤ ਦਿਖਾਉਣ ਤੋਂ ਵਰਜਿਤ ਕਰਦਾ ਹੈ ਕਿ ਜੇ ਸ਼ਕਤੀਆਂ ਪ੍ਰਾਪਤ ਹੋ ਗਈਆਂ ਫਿਰ ਕਰਾਮਾਤ ਨਹੀਂ ਦਿਖਾਉਣੀ, ਐਵੇਂ ਆਪਾਂ ਨਹੀਂ ਜਤਾਉਣਾ। ਫਿਰ ਬੰਦੇ ਵਿੱਚ ਹੰਕਾਰ ਆ ਜਾਂਦਾ। ਜਦੋਂ ਹੰਕਾਰ ਆ ਗਿਆ ਤੇ ਸਮਝ ਲਓ ਖਾਲੀ ਦਾ ਖਾਲੀ ਰਹਿ ਗਿਆ। ਇਤਨੀ ਸੇਵਾ ਕਰਕੇ, ਕਮਾਈ ਕਰਕੇ ਇਤਨੀਆਂ ਬਖਸ਼ਾਂ ਦੋਨਾਂ ਜੀਆਂ ਨੇ ਪ੍ਰਾਪਤ ਕਰ ਲਈਆਂ। ਕਹਿਣ ਦਾ ਭਾਵ ਇਸ ਵਾਸਤੇ ਕਮਾਈ ਕਰਨੀ ਪੈਂਦੀ ਹੈ, ਫਿਰ ਇਸ ਘਰ ਦੇ ਵਿੱਚੋਂ ਪ੍ਰਾਪਤੀਆਂ ਹੁੰਦੀਆਂ। ਗੁਰੂ ਪਿਆਰ ਵਾਲਿਓ,
सतगुरु जी महाराज अपने सेवकों उत्ते रीझ जाते है। धन श्री गुरु हरिराय साहब जी महाराज कहन लगे, दारा छको जी, जिन्हां ने एक मन चित होकर के सेवा की, उन्हां उत्ते धन श्री गुरु नानक देव जी महाराज दे घर दी कृपा हो गई। उन्हां दे सारे दुख कलेश मिट गए, उन्हां नूं सुखां दी प्राप्ति हो गई। इस वास्ते दारा छको जी, तुसीं सतनाम दा सिमरन हुण बड़े प्रेम दे नाल करना करो। सतनाम को प्रेमी हो कि बड़ा वड्डा प्रेम धार के दारा छको जी तुसीं सतनाम दा सिमरन करो। सिमरन की सहायता पाए निश्चा निज स्वरूप टिक जाए। कि जिवें जिवें तुसीं सिमरन करोगे ना प्रेम दे नाल, ते सिमरन दे विचों तुहानूं महान सहायता प्राप्त होएगी। कहण दा भाव कि परमेश्वर दा नाम तुहाडा सहायक बन जाएगा ते निश्चा निज स्वरूप दे विच टिक जाएगा। ये मन जिहड़ा ना टकाओ विच आ जाएगा, वड्डी रहमत हो जाएगी। जिवें जिवें तुसीं निश्चय रूप विच उहदे घर दी सेवा ते सिमरन करना करोगे, वड्डी किरपा होएगी। सने सने तन हंता त्यागो, नासवंत लख नय अनरागो। भाना प्रभ को लागै मीठा, देखो सत स्वरूप अडीठा। ते नाल ही सतगुरु जी कहन लगे, दारा छको जी, सिमरन करदियां करदियां हौली हौली अपने हिरदे दे हंकार नूं त्यागना करो। कि ये समझ लवो कि जितना भी संसार है ये सारा नासवंत हो जाने वाला है। जितना भी संसार है ना, ये सब नासवंत हो जाने वाला है। इहदे नाल किसी तरह का भी प्रेम ना करो, कदाचित भी इहदे नाल प्रेम ना करो, क्योंकि ये आउण जाण वालियां वस्तुआं ने। धन कदी आ गया ते कदी चलिया गया, कदी आ गया ते कदी चलिया गया। जेड़े गुरु के प्यारे वो ना धन आउण ते खुशी करते हैं ते ना धन जान ते गमी करते। वो एक रस बिरती बना करके रहंदे है। इस वास्ते सतगुरु जी कहन लगे, दारा छको जी, ये संसारक वस्तुआं नूं नासवंत समझ के ते फिर इन्हां दे नाल बहुता प्रेम नहीं लगाउणा, मोह नहीं पाउणा। इन्हां नूं संभाल संभाल के नहीं रखना। प्रभु दे भाणे नूं मिठा मनना है अते अपने स्वरूप दे दर्शन दीदारे करने है। देखो सत स्वरूप अडीठा, कि अडिठ सत स्वरूप नूं देखना करो, जिहदे विचों के बड़ा वड्डा आनंद प्राप्त होएगा, जिहड़ा कि तुसीं बयान नहीं कर सकोगे। जिवें गुंगा बंदा मठियाई खा के उहदा आनंद नहीं ना दर्शा सकदा, गुंगा बंदा मठियाई खा के उहदा स्वाद नहीं ना दर्शा सकदा। इसे तरह ही सतगुरु जी महाराज कहंदे, दारा छको जी, इतना वड्डा आनंद ही आनंद प्राप्त होएगा जिहदा कि तुसीं आनंद दर्शा नहीं सकोगे। आदि अंत जो वस्तु नाही, मद कुतो साची ठहराही। तन रखी करे अंते करन परे है, सो स्वरूप तब निश्चा धरे हैं। कि जिस वस्तु का आद अंत नहीं है, धन श्री गुरु हरिराय साहब जी महाराज कहते, दारा छको जी, जिस वस्तु का ना आद है ना अंत है, ते उसके मद नूं तुसीं किवें सच्चा ठहरा लवोगे? उहदे मद नूं सच्चा नहीं ठहरा सकदे। इस वास्ते तुसीं अपनियां इंद्रियां नूं वस विच करके, अपने इंद्रियां नूं वस विच करके अते जितने भी इहदे भेद ने ना, उहनां नूं जानना करो। ते जान करके फिर कमाई करके ते वड्डा आनंद तुहानूं प्राप्त हुंदा जाएगा। क्योंकि ये इंद्रे परमेश्वर ने देना कीती है। नेत्र सत संगत दे दर्शन दीदारे करन वास्ते, जीभा उहदे गुण गैन करन वास्ते, ਕੰਨ रब्बी बाणी नूं सरवण करन वास्ते,
ਪੈਰ ਸੰਗਤ ਵਿੱਚ ਤੁਰ ਕੇ ਜਾਣ ਵਾਸਤੇ ਗੁਰੂ ਪਿਆਰ ਵਾਲਿਓ। ਪਰ ਮਨੁੱਖ ਨੇ ਇਹਨਾਂ ਨੂੰ ਜੇ ਉਲਟਾ ਵਰਤਣਾ ਕੀਤਾ ਨਾ, ਕੱਚੇ ਪਿੱਲੇ ਕੰਮਾਂ ਵਾਸਤੇ ਇਹਨੇ ਵਰਤਣਾ ਕੀਤਾ, ਸੰਸਾਰਕ ਵਸਤੂਆਂ ਦੇ ਲਾਲਚ ਵਾਸਤੇ ਵਰਤਣਾ ਕੀਤਾ, ਤੇ ਫਿਰ ਗੁਰੂ ਪਿਆਰ ਵਾਲਿਓ ਇਹ ਅਜਾਈਂ ਚਲਿਆ ਜਾਏਗਾ। ਇਹ ਵਕਤ ਜਿਹੜਾ ਨਾ ਬੜਾ ਕੀਮਤੀ ਹੈ, ਪਰ ਅਜਾਈਂ ਗਵਾ ਕਰਕੇ ਇਹ ਹੱਥ ਝਾੜ ਕਰਕੇ ਤੇ ਚਲਿਆ ਜਾਏਗਾ। ਸਤਿਗੁਰੂ ਜੀ ਕਹਿੰਦੇ ਕਿ ਅਸਾਂ ਨੇ ਦਾਰਾ ਸ਼ਕੋ ਜੀ ਸਾਧਨ ਤੈਨੂੰ ਦੱਸ ਦਿੱਤਾ ਹੈ, ਅਸੀਂ ਤੈਨੂੰ ਹੁਣ ਸਾਧਨ ਦੱਸ ਦਿੱਤਾ ਹੈ। ਇਸ ਸਾਧਨ ਨੂੰ ਕਰਦਿਆਂ ਕਰਦਿਆਂ ਆਪਣੇ ਸਰੂਪ ਨੂੰ ਤੁਸੀਂ ਦੇਖਣਾ ਕਰ ਲਵੋ, ਆਪਣੇ ਸਰੂਪ ਨੂੰ ਇਹਦੀ ਕਮਾਈ ਕਰਕੇ ਤੇ ਤੁਸੀਂ ਦੇਖਣਾ ਕਰ ਲਓ ਕਿ ਜਗਤ ਦੇ ਪਦਾਰਥਾਂ ਨੂੰ ਆਰਜੀ ਜਾਣੋ ਤੇ ਇਹਨਾਂ ਦੇ ਨਾਲ ਬਹੁਤਾ ਪ੍ਰੇਮ ਨਾ ਕਰੋ। ਪ੍ਰੇਮ ਕਰਨਾ ਤੇ ਰੱਬ ਦੀ ਬੰਦਗੀ ਦੇ ਨਾਲ ਕਰਕੇ ਤੇ ਵੱਡੇ ਆਨੰਦ ਦੀ ਪ੍ਰਾਪਤੀ, ਕਿਉਂਕਿ ਸੰਜੋਗ ਵਿਜੋਗ ਧੁਰੋਂ ਹੀ ਹੁਆ। ਸੰਜੋਗ ਤੇ ਵਿਜੋਗ ਇਹ ਧੁਰ ਤੋਂ ਹੀ ਹੋਣਾ ਕਿਤੇ ਹੈ। ਖੁਸ਼ੀ ਤੇ ਗਮੀ ਕਹਿਣ ਦਾ ਭਾਵ ਕਿ ਨਾ ਬਹੁਤਾ ਖੁਸ਼ ਤੇ ਨਾ ਗਮੀ ਵਿੱਚ ਇੱਕ ਰਸ ਬਿਰਤੀ ਬਣਾ ਕੇ ਤੇ ਉਹਦੇ ਘਰ ਦਾ ਆਨੰਦ ਲੈਣਾ ਕਰੋ। ਕੇਵਲ ਤੇ ਕੇਵਲ ਇੱਕ ਆਤਮਾ ਨੂੰ ਸੱਚੀ ਜਾਣਨਾ ਕਰੋ ਦਾਰਾ ਸ਼ਕੋ ਜੀ, ਆਤਮਾ ਨੂੰ ਕੇਵਲ ਤੇ ਕੇਵਲ, ਬਾਕੀ ਸਭ ਝੂਠ ਹੈ। ਇਸ ਵਾਸਤੇ ਜੇ ਤੁਸੀਂ ਇਦਾਂ ਬਣ ਕਰਕੇ ਸਿਮਰਨ ਕਰੋਗੇ ਨਾ ਤੇ ਜਿਸ ਪਾਸੇ ਵੱਲ ਜਾਓਗੇ ਤੁਹਾਡੀਆਂ ਜੈ ਜੈਕਾਰਾਂ ਨੇ। ਰਹਿਮਤ ਖੁਦਾ ਦੇ ਘਰ ਦੀ ਵਰਤਣਾ ਕਰੇਗੀ ਕਿ ਇਸ ਤੋਂ ਪਰੇ ਹੋਰ ਕੁਛ ਵੀ ਨਹੀਂ ਦਾਰਾ ਸ਼ਕੋ ਜੀ। ਸਤਿਗੁਰਾਂ ਦੇ ਕਹਿਣ ਦਾ ਮਤਲਬ ਸੀ ਕਿ ਜਿਸ ਬਾਦਸ਼ਾਹੀ ਦੇ ਪਿੱਛੇ ਤੁਸੀਂ ਯੁੱਧ ਕਰਦੇ ਫਿਰਦੇ ਹੋ, ਇਹ ਸਭ ਬਾਦਸ਼ਾਹੀਆਂ ਨਾਸ ਹੋ ਜਾਣ ਵਾਲੀਆਂ। ਇਹ ਦੁੱਖਾਂ ਦਾ ਹੀ ਘਰ ਨੇ, ਇਹਨਾਂ ਵਿੱਚੋਂ ਸੁੱਖ ਨਹੀਂ ਪ੍ਰਾਪਤ ਹੋ ਸਕਦੇ ਤੇ ਨਾ ਹੀ ਇਹ ਨਾਲ ਨਿਭਣ ਵਾਲੀਆਂ। ਜੇ ਨਿਭਣਾ ਤੇ ਰੱਬ ਦੀ ਬੰਦਗੀ ਨੇ ਨਿਭਣਾ, ਜਿਹੜੀ ਕਿ ਸਦਾ ਹੀ ਸਥਿਰਤਾ ਦੇਣ ਵਾਲੀ ਹੈ। ਜਿਹੜੇ ਜਿਹੜੇ ਪ੍ਰੇਮੀਆਂ ਨੇ ਜਪ ਲਿਆ ਨਾ, ਉਹਨਾਂ ਉੱਤੇ ਵੱਡੀ ਰਹਿਮਤ ਜਿਹੜਾ ਹੋਣਾ ਕੀਤੀ ਹੈ। ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਜੇ ਤੁਸੀਂ ਇਹ ਜਾਣ ਜਾਓਗੇ ਤੇ ਸੰਸਾਰ ਦੇ ਬੰਧਨਾਂ ਤੋਂ ਛੁਟਕਾਰਾ ਪਾ ਲਵੋਗੇ। ਜੇ ਇਸ ਭਿੱਦ ਨੂੰ ਜਾਣ ਗਏ ਨਾ ਦਾਰਾ ਸ਼ਕੋ ਜੀ, ਫਿਰ ਸੰਸਾਰਕ ਬੰਧਨਾਂ ਤੋਂ ਛੁਟਕਾਰਾ ਹੋ ਜਾਏਗਾ ਅਤੇ ਹਿਰਦੇ ਦੇ ਵਿੱਚ ਸੁੱਖ ਤੇ ਸ਼ਾਂਤੀ ਉਤਪੰਨ ਹੋ ਜਾਏਗੀ, ਸੁੱਖ ਪ੍ਰਾਪਤ ਹੋ ਜਾਏਗਾ। ਕਿਉਂਕਿ ਜਿਨ੍ਹਾਂ ਨੇ ਸੇਵਾਦਾਰ ਬਣ ਕੇ ਸੇਵਾ ਕੀਤੀ ਨਾ ਰੱਬ ਦੇ ਘਰ ਦੀ, ਰੱਬ ਦੇ ਘਰ ਦੀ ਸੇਵਾ ਕੀਤੀ, ਉਹਨਾਂ ਉੱਤੇ ਪਰਮੇਸ਼ਰ ਨੇ ਬੜੀਆਂ ਸਾਰੀਆਂ ਰਹਿਮਤਾਂ ਵਰਤਾਣਾ ਕੀਤੀਆਂ ਗੁਰੂ ਪਿਆਰ ਵਾਲਿਓ। ਕਿਉਂਕਿ ਸੇਵਾ ਕਰਕੇ ਸੁੱਖ ਜਿਹੜਾ ਹਿਰਦੇ ਵਿੱਚ ਉਤਪੰਨ ਹੁੰਦਾ ਹੈ ਤੇ ਬੜੇ ਵੱਡੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਵੱਡੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਸੇ ਵਾਸਤੇ ਤੇ ਸਤਿਗੁਰੂ ਜੀ ਮਹਾਰਾਜ ਸਮਝਾ ਰਹੇ ਹੈ ਕਿ ਜਿਵੇਂ ਜਿਵੇਂ ਤੁਸੀਂ ਜਪੋਗੇ ਫਿਰ ਇਹ ਕਲੇਸ਼ ਜਿਹੜੇ ਐ ਸੰਸਾਰਕ ਇਹ ਮਿਟ ਜਾਣਗੇ, ਕੋਈ ਵੀ ਕਲੇਸ਼ ਤੁਹਾਡੇ ਲਾਗੇ ਨਹੀਂ ਆਏਗਾ। ਇਸ ਲਈ ਦਾਰਾ ਸ਼ਕੋ ਜੀ ਤੁਸੀਂ ਆਪਣੇ ਇਰਾਦੇ ਨੂੰ ਪੱਕਾ ਕਰਕੇ ਤੇ ਫਿਰ ਸੁਖ ਆਨੰਦ ਲੈਣਾ ਕਰੋ, ਸੁਖ ਦੀ ਪ੍ਰਾਪਤੀ ਕਰੋ। ਸ਼ਕਤੀਸ਼ਾਲੀ ਵੈਰੀ ਤੈਨੂੰ ਪਕੜਨਾ ਚਾਹੁੰਦਾ। ਸਤਿਗੁਰੂ ਜੀ ਕਹਿਣ ਲੱਗੇ ਭਰਾ ਹੀ ਹੈ ਨਾ ਵੈਰੀ ਨਰੰਗਾ, ਤੇਰੇ ਪਿੱਛੇ ਲੱਗਿਆ ਹੋਇਆ ਬੜੀ ਵੱਡੀ ਫੌਜ ਲੈ ਕੇ ਤੇ ਤੈਨੂੰ ਉਹ ਪਕੜਨਾ ਚਾਹੁੰਦਾ ਹੈ। ਦਾਰਾ ਸ਼ਕੋ ਜੀ ਉਹਦੀਆਂ ਬੜੀਆਂ ਸਾਰੀਆਂ ਕੋਸ਼ਿਸ਼ਾਂ ਤੈਨੂੰ ਪਕੜਨ ਵਾਸਤੇ, ਜਿਵੇਂ ਤੇਰੇ ਪਿਤਾ ਨੂੰ ਉਹਨੇ ਨਜ਼ਰਬੰਦ ਕੈਦ ਵਿੱਚ ਕੀਤਾ, ਪਕੜ ਕੇ ਤੈਨੂੰ ਵੀ ਕੈਦ ਵਿੱਚ ਪਾਉਣਾ ਚਾਹੁੰਦਾ ਹੈ। ਕੈਦ ਵਿੱਚ ਪਾ ਕੇ ਸਦਾ ਦਾ ਫਿਕਰ ਮਿਟਾ ਕੇ ਤੇ ਬਾਦਸ਼ਾਹੀ ਉੱਤੇ ਬੈਠਣਾ, ਤਖਤ ਉੱਤੇ ਬੈਠਣਾ ਚਾਹੁੰਦਾ ਹੈ, ਤਖਤ ਉੱਤੇ ਬੈਠਣਾ ਚਾਹੁੰਦਾ ਹੈ। ਭਰਾਵਾਂ ਭਰਾਵਾਂ ਵਿੱਚ ਤਖਤ ਦੀ ਲੜਾਈ, ਭਰਾ ਮਾਰੂ ਜੰਗ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਕਹਿੰਦੇ ਦਾਵ ਘਾਵ ਕਰਕੇ ਤੇਰਾ ਦੁਸ਼ਮਣ ਹੁਣ ਬੜਾ ਉਤਸ਼ਾਹਤ ਹੋ ਕੇ ਤੇ ਬੰਜਲਾ ਮਾਰਦਾ ਤੇਰੇ ਪਿੱਛੇ ਦੌੜਦਾ ਆ ਰਿਹਾ, ਤੇਰੇ ਪਿੱਛੇ ਦੌੜਦਾ ਆ ਰਿਹਾ।
पर सतगुरु जी कहन लगे दारा शको जी तुसी हुण साडी शरण विच आए हो। धन श्री गुरु नानक देव जी महाराज दे घर विच तुसां ने आसरा लेना कीता ते फिर असीं तैनूं हुण आसरा देना करांगे कि तुसी सतनाम दा सिमरन करो। हुण जदों सतगुरां ने ये समझा दिता ना कि दुश्मन तेरा बड़े दाव घाव करके तैनूं पकड़न वास्ते आ रहा है, पर तू शरण ग्रहण कीती है ते शरण पिया दी लाज रखांगे, तेरी सहायता करांगे। ते दारा शकू जिहड़ा है हुण सतगुरां दी शरण विच सतनाम सतनाम दा सिमरन करन लग गया, सिमरन करन लग गया। ते जो मन की इच्छा सी ना उहदी प्राप्ति करके ते हुण सतगुरु जी कहन लगे दारा शकू जी तुसी इदां करो कि तुसी लाहौर वाले पासे नूं चलना करो, लाहौर वाले पासे नूं ते असीं अगों दी हो करके फिर तेरे दुश्मन नूं रोकना करांगे, तेरे दुश्मन नूं रोकना करांगे जिहड़ा कि बड़ा वड्डा लामो लश्कर लैके तोपां जंबूरे इत्यादि वड्डा जिहड़ा कहण दा भाव के असला लैके हथियार लैके तेरे उत्ते मारो मार करदा होया आ रहा है, उहनूं असीं रोक पा देवांगे। पर तुसीं लाहौर वाले पासे नूं निकलना करो, असीं तुहाडे सहायक बनांगे। हुण सतगुरां ने दारा शकू नूं ये आसरा देना कीता, नाले उपदेश दे के इहनूं रब दे घर दे रस्ते ते टोरना कीता। दारा शकू सब कुछ सुन के ना बड़ा प्रसन्न हो गया, बड़ा खुश हो गया ते इन्हें दोनों हथ जोड़ करके सतगुरां दे चरनां ते नमस्कार कीती ते कहंदा सतगुरु जी मैं तुहाडे तो बलिहार कुर्बान सदके वारने जांदा, जिन्हां ने कि मेरे उत्ते बड़ी वड्डी रहमत कीती, मैनू आप जी दे चरनां विचों आके बड़ा वड्डा आसरा मिलिया ते सकून प्राप्त होया कि हुण मेरे उत्ते बड़ी वड्डी तुसीं रहमत करोगे। कहण दा भाव कि सुख दा साह आ गया। क्यों? क्योंकि आसरे दी उम्मीद जागी। जिस अपने छोटे भरा नरंगे तो थर थर के कंबदा होया डरदा सी ना, हुण वो डर जिहड़ा दूर हो गया। सतगुरां दी ये बख्शिश मिल के दूर हो गया। कहन लगा सतगुरु जी तुसां ने मेरे उत्ते बड़ी रहमत कीती है, सकून प्राप्त होया है। मैं आप जी तो बलिहार कुर्बान सदके वारने जांदा, जो तुहाडा हुक्म है सतगुरु जी वो मैं सिर मत्थे प्रवान करांगा। इदां हुण सतगुरां दा हुक्म मन के ना जिस पासे वाल सतगुरां ने इशारा कीता, हुण दारा शकू उस पासे वाल नूं निकलना चाहुंदा है। सो अज इत्थे समाप्ति है, कल नूं फेर सतगुरु जी किरपा करनगे। इस तो अगे जिवें भी धन श्री गुरु हरराय साहिब जी महाराज इहदी सहायता करनगे, जे सतगुरां दी रहमत होएगी तो कल आप गुरु की सिख संगतां नूं सरवण करवाया जाएगा। बेनती करांगे जितना भी हो सके मन बिरती एकाग्र करके गुरु चरणां विच बैठ करके सतगुरां दी पवित्र गुरबाणी पवित्र इतिहास सुन करके मन करके हिरदे विच वसा के लाहे लैके धनता दे योग बणीए। सतगुरु जी समर्थ ने कृपा दे दाते हैं, साडे सिर ते मेहर भरे हत्थ रखणगे, साडा भी जीवन सवर जाएगा ते असीं भी धनता दे योग बन जावांगे। कथा करदिआं तो बेअंत भुल्लां होईआं होणगीआं। जिथे धन श्री गुरु ग्रंथ साहिब जी महाराज बख्शिंद पिता है, उत्थे आप रब वर्गियां गुरु की सिख संगतां जुड़ बैठे हो। किरपा करियो अपने दासां दे सिर ते मेहर भरे हत्थ रखियो, ताकि तुछ बुद्धि अनुसार आप जी के चरनां दी इतिहासारी सेवा करके धनता दे योग बनते रहिए। बहुत बहुत धन्नवाद धन श्री गुरु ग्रंथ साहिब जी महाराज दा, जिन्हां दी किरपा सदका तुछ बुद्धि अनुसार आप जी के चरनां दी इतिहासारी सेवा कीती है। सतगुरु जी किरपा करन, अपने दासां दे सिर ते मेहर भरे हत्थ रखन ते दास इसे तरह ही आप संगतां दे चरनां दी सेवा करके धनता दे योग बनते रहिए। इन्नी बेनतियां प्रवान करनियां जी, होईयां भुल्लां दी क्षमा। बुलाओ फतेह। वाहिगुरू जी का खालसा वाहिगुरू जी की फतेह।